जी का खालसा वाहिगुरु जी की फतेह। पतित पावन भगत वत्सल करना निदान शब्द गुरु सतगुरु श्री गुरु ग्रंथ साहिब जियां दी पावन छत्र छाया हेठ हर रोज की तरह शाम के सोहने दीवाना विच बड़े ही अद्भुत सहत आप जी जुड़ बैठे हो। भागा भरिया समा गुरु कृपा सदका प्राप्त होया। आओ इनू सफला बनाइए। सतगुरां दी पावन जीवन कथा दे विचों आप जी ने सरवण कीता सी पिशंबरपुर पटना साहिब दी पावन धरती ते जगत गुरु बाबा गुरु नानक साहब महाराज जी ने सालसराय जौहरी नूं उपदेश बख्शिश करके नजरों नजर निहाल कीता। जिथे गुरु पातशाह जी ने पहली बार सिखां विचों पहली मंजी बख्शिश की थी, नाल ही हुक्म कीता इस मंजी ते तेरे परिवार का कोई धी पुत नहीं बह सकता। तेरे सेवक तेरे नौकर ही इस पलंगे ते बैठ के सिक्खी का प्रचार करेंगे। 2 साल 7 महीनों की उम्र सी सालसराय जौहरी की बाकी गुरु नानक नाम सिक्खी का प्रचार करके उस इलाके दे विच उन्होंने उखड़ी दुनिया नूं सीधे राह पाया। इन्हां सारे प्रकरणां नूं आप जी ने बड़े विस्तार सहित सरवण कीता। किवें किवें गुरु नानक साहब जी ने तुरकी बाणी दे शब्द उच्चारण कीते, अर्थां सहित व्याख्या सहित आप जी ने सारियां दा आनंद माणिया। स्वाओ उदासी के दौरान अगले सफर विच गुरु बाबा जी किवें दुनिया का उद्धार करते ने। आओ थोड़ा समा मन चित करतियां नूं एकाग्रचित बनाइए। प्रेम दी पाओ सांझ बख्शो आसीस गज वज के आखो जी सतनाम श्री गुरु साहिब जी। सतनाम श्री दोहरा श्री गुरु चरण सो सतर सिर सदा टल जे छाए। गुरु नानक साहब सच्चे पातशाह जी की पावन जीवन कथा के प्रसंगां की आरंभता करते हुए कविराज भाई संतोख सिंह जी गुरु बाबा जी के नाम की छत्र छाया की गल करते। गुरु का छत्र सतगुर की ओट जी के सिर ते होवे वो ते दुखी कदे नहीं। तन ते सैकड़े रोग ते दर्द दुख आए होण पर मन दुखी नहीं, क्योंकि छत्र छाया है ऐसे सतगुरां दे चरनां दे विच बारंबार बंदना है। आतप जम की जातना क्यों समीप सो आए। जिस सिख दे उत्ते गुरु नानक साहब दे नाम दी छत्र छाया है, कहते जमा दी धुप ते जमा दे दुख नूं किवें मिल सकदे है। गुरु ने अपना चंदोआ अपना छत्र अपने प्यारे दे सीस उत्ते किरपा दा तान दिता है। कदे जीवन विच दुखी नहीं हो सकदा।
ਪ੍ਰਸੰਗਾਂ ਦੀ ਆਰੰਭਤਾ ਦੇ ਵਿੱਚ ਮਹਾਕਵੀ ਭਾਈ ਸੰਤੋਖ ਸਿੰਘ ਜੀ ਸਤਿਗੁਰਾਂ ਦੇ ਚਰਨਾਂ ਕਮਲਾਂ ਦਾ ਧਿਆਨ ਧਰਦੇ ਨੇ ਤੇ ਪਾਵਨ ਕਥਾ ਨੂੰ ਲਿਖ ਰਹੇ। ਪਰ ਉਸ ਸਮੇਂ ਵਿੱਚ ਇਹ ਕਥਾ ਭਾਈ ਬਾਲਾ ਜੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਸੁਣਾ ਰਹੇ ਨੇ। ਸਿੱਖਾਂ ਦੇ ਵਿੱਚੋਂ ਮਹਾਨ ਸਿੰਘ ਭਾਈ ਪੈੜਾ ਜੀ ਆਪਣੀ ਕਲਮ ਦੇ ਨਾਲ ਇਹਨਾਂ ਪ੍ਰਸੰਗਾਂ ਨੂੰ ਲਿਖ ਰਹੇ ਨੇ। ਦੀਨ ਦੁਨੀਆ ਦੇ ਮਾਲਕ ਗੁਰੂ ਅੰਗਦ ਦੇ ਮਹਾਰਾਜ ਚੌਂਕੜੇ 'ਚ ਬੈਠੇ ਆ, ਬੇਅੰਤ ਸੰਗਤਾਂ ਬੜੀ ਦੂਰ ਦੂਰ ਤੱਕ ਬੈਠੀ। ਗੁਰੂ ਨਾਨਕ ਪਾਤਸ਼ਾਹ ਜੀ ਦੇ ਜੋਜ ਗੁਣ ਗਾਏ ਜਾ ਰਹੇ ਹਨ। ਸ੍ਰੀ ਬਲ ਸੰਦਰ ਵਾਚ ਚੋਪਈ ਬਾਸਰ ਕਿਤੇ ਕ ਬਿਸੰਬਰ ਮਾਹੀ ਰਹਿ ਦੁਰਮਤ ਬੋ ਨਰ ਕੀ ਦਾਹੀ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਟਨਾ ਸਾਹਿਬ ਦੀ ਧਰਤੀ ਜੀ ਨੂੰ ਉਦੋਂ ਬਿਸ਼ੰਬਰਪੁਰ ਕਹਿੰਦੇ ਸੀ। ਇੱਕ ਦਿਨ ਨਹੀਂ, ਕਈ ਦਿਨਾਂ ਦਾ ਸਤਿਗੁਰਾਂ ਨੇ ਇੱਥੇ ਰੁਕਾਵਟ ਪਾ ਕੇ ਟਿਕਾ ਕਰਕੇ ਪਾਪੀਆਂ ਨੂੰ, ਝੱਲਿਆਂ ਨੂੰ, ਮੂਰਖਾਂ ਨੂੰ ਸਿੱਧੇ ਰਾਹ। ਹੁਣ ਰਹਿੰਦਿਆਂ ਨੂੰ ਬਹੁਤ ਲੰਮਾ ਸਮਾਂ ਹੋ ਗਿਆ ਜੀ। ਆਏ ਤੇ ਇੱਕ ਦਿਨ ਵਾਸਤੇ ਸੀ, ਨਗਰੋਂ ਬਾਰ-ਬਾਰ ਬੈਠੇ ਆ, ਸਾਲਸਰਾਏ ਜੌਹਰੀ ਚੱਲ ਕੇ ਸਤਿਗੁਰਾਂ ਦੇ ਪਾਸ ਆ ਗਏ। ਪਰ ਜੌਹਰੀ ਕਹਿੰਦਾ ਮਰਦ ਮੇਰੀ ਹਵੇਲੀ ਵਿੱਚ ਰੁਕੋ ਲੰਬਾ ਸਮਾਂ। ਗੁਰੂ ਸਾਹਿਬ ਹੱਸ ਕੇ ਕਹਿੰਦੇ ਅਜੇ ਸਮਾਂ ਨਹੀਂ, ਵਕਤ ਆਏਗਾ ਤੇਰੀ ਇਸ ਹਵੇਲੀ ਨੂੰ ਭਾਗ ਲਾਵਾਂਗੇ। ਉਹ ਸਮਾਂ ਆਇਆ। ਹੁਣ ਸਾਲਸਰਾਏ ਜੌਹਰੀ ਦੀ ਉਹ ਪਾਵਨ ਹਵੇਲੀ ਜਿਹਨੂੰ ਅੱਜ ਕੱਲ ਸੱਚਖੰਡ ਹਰਮੰਦਰ ਜੀ ਪਟਨਾ ਸਾਹਿਬ ਆਖਦੇ ਆ। ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਇਓ। ਇਹ ਉਹੀ ਹਵੇਲੀ ਹੈ, ਉਹੀ ਮਕਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਬਾਅਦ ਗੁਰੂ ਕਲਗੀਧਰ ਪਾਤਸ਼ਾਹ ਜੀ ਆਪ ਹੋਏ। ਉਹ ਬਚਨ ਪੂਰੇ ਕੀਤੇ। ਹੁਣ ਇੱਥੇ ਸਤਿਗੁਰਾਂ ਦੀ ਸੇਵਾ ਦੇ ਵਿੱਚ ਸਾਲਸਰਾਏ ਜੌਹਰੀ ਆਪ ਰਹਿੰਦਾ ਏ। ਇਹੋ ਹੈ ਜਿਹਨੂੰ ਮਹਾਰਾਜ ਨੇ ਕਿਹਾ ਆਪਣੇ ਨੌਕਰਾਂ ਨੂੰ ਗੁਰੂ ਮੰਨ, ਪੈਰੀ ਮੱਥਾ ਟੇਕ, ਹਉਮੈ ਖਤਮ ਹੋ ਗਈ, ਅੰਦਰ ਸਟੇਬਲ ਹੋ ਗਏ। ਲੰਮਾ ਸਮਾਂ ਸਤਿਗੁਰ ਜੀ ਸਾਲਸਰਾਏ ਦੀ ਬੇਨਤੀ ਨੂੰ ਮੰਨਦੇ ਹੋਏ ਸਮਾਂ ਬਤੀਤ ਕਰਦੇ ਰਹੇ। ਮੁਕਤ ਪੰਥ ਸਿੱਖੀ ਪ੍ਰਗਟਾਏ ਸਿਮਰੈ ਸਤਨਾਮ ਸੁਖਦਾਈ। ਮੁਕਤੀ ਦਾ ਰਾਹ ਦੱਸਦੇ ਆ, ਸਿਮਰਨ ਤੇ ਬੰਦਗੀ ਦਾ ਛਿੱਟਾ ਸਤਿਗੁਰੂ ਜੀ ਆਪ ਦੇ ਰਹੇ ਨੇ ਘਰ ਘਰ ਜਾ ਕੇ। ਐਵੇਂ ਸੱਚੇ ਪਾਤਸ਼ਾਹ ਨੇ ਨਾਮ ਦਾ ਛਿੱਟਾ ਨਹੀਂ ਦਿੱਤਾ, ਆਪ ਚੱਲ ਕੇ ਗਏ। ਨਗਰ ਨਗਰ, ਸ਼ਹਿਰ ਸ਼ਹਿਰ, ਪਿੰਡ ਪਿੰਡ, ਗਰਾਂ ਗਰਾਂ, ਜਿੱਥੇ ਜਿੱਥੇ ਗੁਰੂ ਬਾਬਾ ਜੀ ਗਏ ਉੱਥੇ ਧਰਮਸ਼ਾਲਾ ਬਣੀ। ਪਰਮੇਸ਼ਰ ਦੇ ਨਾਮ ਦੀ ਉੱਥੇ ਮਹਿਮਾ ਹੋਈ। ਭਾਵੇਂ ਉਹ ਪਿਛਲੇ ਪ੍ਰਸੰਗਾਂ ਵਿੱਚ ਆਪ ਜੀ ਨੇ ਸਰਵਣ ਕੀਤਾ, ਸ਼੍ਰੀ ਲੰਕਾ ਹੋਵੇ, ਸੰਗਲਾ ਦੀ, ਕੋਈ ਵੀ ਆ, ਬੇਸ਼ੱਕ ਉਹ ਬੰਗਾਲ ਤੇ ਅਸਾਮ ਦੇ ਇਲਾਕੇ ਨੇ ਜਿੱਥੇ ਤੰਤਰ ਵਿਦਿਆ ਦੇ ਨਾਲ ਲੋਕੀ ਖਿਲਵਾੜ ਕਰਦੇ ਸੀ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਸਿੱਧੇ ਰਾਹ ਪਾਇਆ। ਅੱਜ ਸਾਲਸਰਾਏ ਜੌਹਰੀ ਜਦੋਂ ਆਮ ਜਿਹਾ ਹੋ ਗਿਆ, ਖਾਸ ਤੋਂ ਆਮ ਬਣ ਗਿਆ। ਹੁਣ ਸਤਿਗੁਰਾਂ ਦੇ ਕੋਲ ਬੜੇ ਲੋਕ ਆਉਂਦੇ ਆ, ਆਪਣੇ ਆਪਣੇ ਦੁੱਖ ਲੈ ਕੇ, ਆਪਣੇ ਆਪਣੇ ਗੁਨਾਹ ਲੈ ਕੇ, ਆਪਣੀ ਆਪਣੀ ਚਿੰਤਾ ਲੈ ਕੇ ਜਦ ਗੁਰੂ ਬਾਬਾ ਜੀ ਨੂੰ ਮਿਲਦੇ ਨੇ, ਪਹਿਲੀ ਤੱਕਣੀ ਦੇ ਵਿੱਚ ਅੰਦਰ ਸਿੱਧਾ ਹੋ ਜਾਂਦਾ ਏ। ਇੱਕ ਦਿਵਸ ਬੈਸੇ ਗਤ ਦਾਨੀ ਬੋਲਿਓ ਮਰਦਾਨਾ ਅਸਬਾਨੀ। ਗੰਗਾ ਦੇ ਕਿਨਾਰੇ ਗੁਰੂ ਪਾਤਸ਼ਾਹ ਜੀ ਵਿਚਰਦੇ ਰਹਿੰਦੇ ਆ। ਕਹਿੰਦੇ ਇੱਕ ਦਿਨ ਸਹਿਜ ਸੁਭਾਅ ਸਤਿਗੁਰ ਬੈਠੇ, ਭਾਈ ਮਰਦਾਨਾ ਵੇਖ ਰਹੇ ਨੇ ਮਰਦ ਵੀ ਕਿੰਨਾ ਵੱਡਾ ਸਮਾਂ ਹੋ ਗਿਆ, ਗੁਰੂ ਸਾਹਿਬ ਇੱਥੋਂ ਜਾਣ ਦਾ ਨਾ ਹੀ ਨਹੀਂ। ਹੱਥ ਜੋੜ ਕੇ ਆਖਣ ਲੱਗੇ ਬਾਬਾ ਜੀ ਕਿੰਨੇ ਕੁ ਦਿਨ ਹੋਰ ਲਾਉਣੇ ਆਪਾਂ ਨੇ। ਦੀਨ ਦੁਨੀਆ ਦੇ ਮਾਲਕ ਵੇਖ ਕੇ ਮੁਸਕਰਾ ਪਏ, ਹੱਸ ਪਏ, ਕਿਉਂਕਿ ਭਾਈ ਮਰਦਾਨਾ ਹੁਣ ਇਸ ਸ਼ਹਿਰ ਵਿੱਚ ਰਹਿਣਾ ਨਹੀਂ ਚਾਹੁੰਦਾ। ਉਹਦਾ ਚਿੱਤ ਨਹੀਂ ਲੱਗਦਾ, ਮਨ ਉਪਰਾਮ ਹੋ ਗਿਆ ਏ। ਸੇਸ ਧਾਨ ਰਹਿਣ ਤੁਮ ਆਏ ਦੇਖਿਓ ਨਗਰ ਰੁਚਰ ਮਨ ਪਾਏ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੁਣ ਕੇ ਅਣਸੁਣਿਆ ਕਰ ਦਿੱਤਾ। ਹੁਣ ਭਾਈ ਮਰਦਾਨਾ ਦੀ ਜੱਗ ਤਾਰਨ ਦੇ ਬਹਾਨੇ ਨੇ ਉਹ ਬ੍ਰਹਮ ਗਿਆਨੀ ਸਿੱਖ ਨੇ, ਨਾ ਉਹਨਾਂ ਨੂੰ ਭੁੱਖ ਲੱਗੇ ਨਾ ਉਹਨਾਂ ਨੂੰ ਪਿਆਸ ਲੱਗੇ। ਆ ਜੇ ਭੁੱਖ ਲੱਗਦੀ ਤੇ ਗੁਰੂ ਸਾਹਿਬ ਚੋਰ ਹੀ ਵਰਤੋਂਦੇ ਕਿਸੇ ਦਾ ਉਧਾਰ ਕਰਨ ਵਾਸਤੇ। ਭਾਈ ਮਰਦਾਨਾ ਜੀ ਨੇ ਇੱਕ ਦਿਨ ਗਿਆ, ਸਤਿਗੁਰਾਂ ਸੁਣ ਕੇ ਅਣਸੁਣਿਆ ਕੀਤਾ, ਦੂਜਾ ਦਿਨ ਫੇਰ ਆ ਗਿਆ। ਕਹਿੰਦੇ ਬਾਬਾ
ਅਸੀਂ ਇੱਥੇ ਰਹਿਣ ਥੋੜੀ ਆਏ ਸੀ। ਇਹ ਕਦੋਂ ਤੋਂ ਮਿੱਥੇ ਆਪਾਂ ਵੀ ਜਿੱਥੇ ਜਾਈਏ ਚਿੱਤ ਲਾ ਕੇ ਬਹਿ ਜਾਈਏ, ਕਿਉਂਕਿ ਕਦੇ ਇੱਕ ਥਾਂ ਤੇ ਪੱਕਾ ਡੇਰਾ ਲਾਇਆ ਹੀ ਨਹੀਂ। ਅੱਜ ਕਿਤੇ, ਕੱਲ ਕਿਤੇ, ਪਰਸੋਂ ਕਿਤੇ, ਸਵੇਰ ਕਿਤੇ, ਸ਼ਾਮ ਕਿਤੇ। ਭਾਈ ਮਰਦਾਨਾ ਜੀ ਸਤਿਗੁਰਾਂ ਨੂੰ ਉਦਾਸ ਹੋ ਕੇ ਪੁੱਛਦੇ ਨੇ, ਕਹਿੰਦੇ ਬਾਬਾ ਆਪਾਂ ਜਾਣਾ ਵੀ ਹੈ ਜਾਂ ਇੱਥੇ ਹੀ ਰਹਿਣਾ ਹੈ? ਭਾਈ ਬਾਲਾ ਜੀ ਕਹਿੰਦੇ ਮੈਂ ਕਿਹਾ ਮਰਦਾਨਿਆਂ ਕੀ ਹੋ ਗਿਆ? ਕਹਿੰਦਾ ਮੇਰਾ ਇੱਥੇ ਚਿੱਤ ਨਹੀਂ ਲੱਗਦਾ, ਮੇਰਾ ਦਿਲ ਕਰਦਾ ਹੈ ਕਿਸੇ ਹੋਰ ਨਗਰ ਚਲੀਏ। ਕਹਿ ਤੁਮ ਨਿਕਸੇ ਹੋਏ ਉਦਾਸੀ, ਪਰਚ ਰਹੇ ਕਰਜ ਦਾ ਬਿਲਾਸੀ। ਪਾਤਸ਼ਾਹ ਤੁਸੀਂ ਉਦਾਸੀਆਂ ਵਾਸਤੇ ਚੱਲੇ ਹੋ। ਉਦਾਸੀ ਤੋਂ ਭਾਵ ਸਫ਼ਰ, ਯਾਤਰਾ। ਜਾਂ ਤੁਸੀਂ ਇੱਕ ਥਾਂ ਤੇ ਰੁਕਣ ਵਾਸਤੇ ਆ ਗਏ ਹੋ। ਇੱਥੇ ਸਾਡਾ ਕੀ ਹੈ? ਅਸੀਂ ਆਪਣਾ ਘਰ ਨਹੀਂ ਵੇਖਿਆ, ਮਹਿਲ ਨਹੀਂ ਵੇਖੇ, ਪਰਿਵਾਰ ਨਹੀਂ ਵੇਖਿਆ। ਵੱਡੇ ਵੱਡੇ ਰਾਜਿਆਂ ਦੇ ਮਹਿਲਾਂ ਵਿੱਚ ਗਏ, ਰਾਜਾਂ ਵਿੱਚ ਗਏ, ਅਸੀਂ ਕਿਤੇ ਰੁਕੇ ਨਹੀਂ। ਇੱਥੇ ਇਹੋ ਜਿਹਾ ਕੀ ਹੈ? 15 ਦਿਨ ਆਪ ਜੀ ਨੂੰ ਹੋ ਗਏ ਨੇ ਇਸ ਨਗਰ ਤੋਂ ਜਾ ਨਹੀਂ ਰਹੇ, ਉਦਾਸ ਬਣ ਕੇ ਬੈਠ ਗਏ ਹੋ। ਲੱਗਦਾ ਇਹ ਨਗਰ ਤੁਹਾਨੂੰ ਪਸੰਦ ਆ ਗਿਆ। ਪਰ ਪਾਤਸ਼ਾਹ ਇਸ ਨਗਰ ਦੀ ਚਕਾ ਚੌਂਧ, ਇਥੋਂ ਸ਼ਹਿਰ ਦੇ ਲੋਕ ਮੇਰੇ ਮਨ ਨੂੰ ਭਾਉਂਦੇ ਨੇ। ਕਿਉਂਕਿ ਭਾਈ ਮਰਦਾਨਾ ਜੀ ਹੁਣ ਇਕਾਂਤ ਵਿੱਚ ਗਿਆ ਨੂੰ ਬੜਾ ਲੰਮਾ ਸਮਾਂ ਹੋ ਗਿਆ। ਕਦੇ ਜੰਗਲਾਂ ਚ ਨਹੀਂ ਗਏ, ਕਦੇ ਕਿਸੇ ਸਾਧੂ ਫਕੀਰ ਦੀ ਕੁੱਲੀ ਚ ਨਹੀਂ ਗਏ। ਹੁਣ ਸਾਲਸਰਾਏ ਜੌਹਰੀ ਦੇ ਪਾਸ ਗੁਰੂ ਬਾਬਾ ਜੀ ਰੁਕੇ ਹੋਏ ਨੇ। ਪਰ ਭਾਈ ਮਰਦਾਨਾ ਜੀ ਦਾ ਉਲਾਂਭਾ ਕਹਿੰਦਾ ਮਹਾਰਾਜ ਆਪਾਂ ਕਦੇ ਕਿਤੇ ਇੰਨੀ ਦੇਰ ਨਹੀਂ ਰੁਕੇ। ਅਜੇ ਵੀ ਮੈਨੂੰ ਲੱਗਦਾ ਹੈ ਤੁਸੀਂ ਇੱਥੋਂ ਜਾਣਾ ਚਾਹੁੰਦੇ ਨਹੀਂ। ਪਰਦੇਸ਼ ਕੀ ਜੈਸਲਾ, ਜਿਤ ਇੱਛਾ ਗਮਨੋ ਤਿਤ ਗੈਲਾ। ਪਰ ਮੇਰੀ ਬੇਨਤੀ ਆ ਆਪਾਂ ਕਿਸੇ ਹੋਰ ਦੇਸ਼ ਚਲੀਏ, ਕਿਸੇ ਸ਼ਹਿਰ ਚਲੀਏ, ਕਿਸੇ ਨਗਰ ਚਲੀਏ ਤਾਂ ਜੋ ਦੁਨੀਆ ਦਾ ਭਲਾ ਹੋ ਸਕੇ। ਬਾਬਾ ਜੀ ਆਪਾਂ ਤੇ ਇੱਕ ਥਾਂ ਰੁਕ ਕੇ ਬਹਿ ਗਏ ਨਾ। ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾਉਂਦੇ ਰਹੇ, ਕਹਿੰਦੇ ਚੰਗਾ ਭਾਈ ਮਰਦਾਨੇ ਤੂੰ ਦੱਸ ਕਦੋਂ ਜਾਣਾ ਤੇ ਕਿੱਥੇ ਜਾਣਾ? ਕਹਿੰਦਾ ਬਾਬਾ ਇਹ ਸਾਨੂੰ ਨਹੀਂ ਪਤਾ ਕਿੱਥੇ ਜਾਣਾ, ਪਰ ਜਿੱਥੇ ਲੈ ਕੇ ਚੱਲੋਗੇ ਚੱਲਾਂਗੇ ਤੁਹਾਡੇ ਨਾਲ। ਪਰ ਇੱਥੇ ਰੁਕਿਆਂ ਨੂੰ ਬੜਾ ਸਮਾਂ ਹੋ ਗਿਆ। ਤੁਸੀਂ ਤੇ ਕਦੇ ਕਿਸੇ ਵਸਤੂ ਨਾਲ ਮੋਹ ਨਹੀਂ ਪਾਇਆ, ਪਿਆਰ ਨਹੀਂ ਪਾਇਆ। ਇੰਨੇ ਦਿਨ ਆਪਾਂ ਕਿਸੇ ਸ਼ਹਿਰ ਵਿੱਚ, ਕਿਸੇ ਰਾਜ ਵਿੱਚ ਵੀ ਨਹੀਂ ਰੁਕੇ, ਕਿਉਂ ਨਹੀਂ ਜਾਂਦੇ? ਭਾਈ ਬਾਲਾ ਜੀ ਕਹਿੰਦੇ ਮੈਨੂੰ ਬੜੀ ਖੁਸ਼ੀ ਹੋਈ ਸੁਣ ਕੇ ਵੀ ਭਾਈ ਮਰਦਾਨੇ ਦਾ ਚਿੱਤ ਨਹੀਂ ਲੱਗਦਾ। ਕੋਈ ਨਾ ਕੋਈ ਬਹਾਨਾ ਬਣਾਈਓ ਰੱਖਦਾ। ਕਦੇ ਕਹਿੰਦਾ ਭੁੱਖ ਲੱਗ ਗਈ, ਕਦੇ ਕਹਿੰਦਾ ਬਾਬਾ ਪਰਿਵਾਰ ਦੀ ਯਾਦ ਆ ਗਈ। ਹੁਣ ਜੇ ਵੇਖੀਏ ਕਿ ਭਾਈ ਮਰਦਾਨਾ ਜੀ ਆਮ ਨੇ ਕੋਈ ਨਹੀਂ, ਇੱਕ ਬ੍ਰਹਮ ਗਿਆਨੀ ਸਿੱਖ ਹੈ ਜੋ ਗੁਰੂ ਨਾਨਕ ਸਾਹਿਬ ਦਾ ਸੰਗੀ ਹੋਵੇ, ਸਾਥੀ ਹੋਵੇ, ਮਿੱਤਰ ਪਿਆਰਾ ਅਜ਼ੀਜ਼ ਹੋਵੇ, ਕੋਈ ਆਮ ਤੇ ਨਹੀਂ ਹੈ। ਸਤਿਗੁਰਾਂ ਨੇ ਆਪਣੀ ਮਾਇਆ ਪ੍ਰੇਰ ਦਿੱਤੀ ਹੈ। ਭਾਈ ਮਰਦਾਨਾ ਫਿਰ ਜਿੱਦ ਕਰਦੇ ਨੇ, ਕਹਿੰਦੇ ਬਾਬਾ ਜੇ ਤੁਸੀਂ ਨਹੀਂ ਜਾਣਾ ਤੇ ਮੈਨੂੰ ਦੱਸੋ, ਮੈਂ ਸਵੇਰ ਹੁੰਦੇ ਆਪਣੇ ਨਗਰ ਨੂੰ ਤੁਰ ਪੈਣਾ ਪੰਜਾਬ। ਮੇਰਾ ਇੱਥੇ ਹੁਣ ਚਿੱਤ ਨਹੀਂ ਲੱਗਦਾ। ਮੈਂ ਸੁਣ ਕਰ ਮਨ ਮਾਹੇ ਵਿਚਾਰੇ, ਡੂਮ ਬਾਨ ਇਨ ਨਾਹੇ ਵਿਸਾਰੇ। ਜਦੋਂ 3 ਤੋਂ 4 ਦਿਨ ਬਤੀਤ ਹੋ ਗਏ, ਭਾਈ ਬਾਲਾ ਜੀ ਕਹਿੰਦੇ ਸਤਿਗੁਰ ਜਵਾਬ ਨਹੀਂ ਕੋਈ ਖੁੱਲ ਕੇ ਦੇ ਰਹੇ। ਤੇ ਮੈਂ ਕਿਹਾ ਬਾਬਾ ਇਹ ਮਰਾਸੀਆਂ ਵਾਲੇ ਕੰਮ ਨਹੀਂ ਛੱਡਦਾ। ਬੜੀ ਵਾਰ ਤੁਸੀਂ ਨੇ ਇਹਨੂੰ ਇਸ ਚੀਜ਼ ਵਿੱਚੋਂ ਕੱਢ ਕੇ ਵੱਡਾ ਬਣਾਇਆ, ਪਰ ਇਹ ਵੱਡਾ ਰਹਿ ਨਹੀਂ ਸਕਦਾ। ਇਹ ਤੇ ਡੂਮਾਂ ਵਾਲੇ ਕੰਮ ਨੇ। ਜੇ ਰੁਕ ਜਾਓ ਤੇ ਇਹਨੂੰ ਤਾਂ ਉਲਾਂਭਾ ਹੁੰਦਾ, ਇੱਥੇ ਰੁਕੇ ਕਿਉਂ? ਜੇ ਚੱਲਦੇ ਰਹੀਏ ਫੇਰ ਰੌਲਾ ਪਾਉਂਦਾ ਹੈ ਬਾਬਾ ਕਿਤੇ ਰਾਤ ਵੀ ਤੇ ਕੱਢ ਲਓ, ਭੁੱਖ ਲੱਗੀ ਹੈ, ਪਿਆਸ ਲੱਗੀ ਹੈ, ਰੁਕ ਜਾਓ ਆਰਾਮ ਕਰ ਲਈਏ। ਪਾਤਸ਼ਾਹ ਇਹਦੀ ਮਰਾਸੀਆਂ ਵਾਲੀ ਆਦਤ ਨਹੀਂ ਜਾਂਦੀ। ਇਹਨੇ ਕੁਝ ਨਾ ਕੁਝ, ਕਦੇ ਨਾ ਕਦੇ ਬੋਲਦੇ ਹੀ ਰਹਿਣਾ ਏ। ਤੇ ਮਹਿਮਾ ਨੈਣ ਨਿਹਾਰੇ, ਤਦਪ ਨਾ ਰਹਿਤ ਹੋਏ ਉਨ ਸਾਰੇ। ਭਾਈ ਬਾਲਾ ਜੀ ਕਹਿੰਦੇ ਆ ਗੁਰੂ ਅੰਗਦ ਦੇ ਬਾਦਸ਼ਾਹ ਮੇ ਤੋਂ ਰਿਹਾ ਨਾ ਗਿਆ। ਮੈਂ ਕਹਿ ਦਿੱਤਾ ਮਰਦਾਨਿਆ ਤੈਥੋਂ ਨਿਰੰਕਾਰ ਦੀ ਮਹਿਮਾ ਜਾਣੀ ਹੁੰਦੀ। ਤੂੰ ਵੇਖ ਰਿਹਾ ਕਿ ਗੁਰੂ ਪਾਤਸ਼ਾਹ ਵਿਹਲੇ ਬੈਠੇ ਆ, ਸਵੇਰ ਤੋਂ ਲੈ ਕੇ ਸ਼ਾਮ ਤੱਕ ਕਦੇ ਕਿਸੇ ਨਾਲ ਚਰਚਾ, ਕਿਸੇ ਨਾਲ ਗੋਸ਼ਟ। ਕਿੰਨੇ ਦਿਨ ਹੋ ਗਏ ਆਪਾਂ ਨੂੰ ਰਹਿੰਦੇ, ਆਪਾਂ ਕਦੇ ਆਰਾਮ ਕੀਤਾ, ਕਦੇ ਸ਼ਹਿਰ 'ਚ ਗਏ ਆ? ਕਹਿੰਦੇ ਕਿਉਂ ਇਹੋ ਜਿਹੀਆਂ ਹੁਜਾ ਮਾਰਦਾ? ਕਿਉਂ ਤੂੰ ਸਤਿਗੁਰਾਂ ਦੀ ਮਹਿਮਾ ਤੋਂ ਅਣਜਾਣ ਬਣ ਕੇ ਰਹਿੰਦਾ ਹੈ? ਭਾਈ ਮਰਦਾਨਾ ਕਹਿੰਦਾ ਬਾਲਿਆ ਕਦੇ ਤੇ ਤੂੰ ਆਖਦਾ ਹੈ ਕਿਸੇ ਨਗਰ ਸ਼ਹਿਰ ਜਾਣਾ ਨਹੀਂ, ਤੇ ਇੱਥੇ ਤੂੰ ਕਹਿਣਾ ਅਸੀਂ ਇੱਥੋਂ ਨਹੀਂ ਜਾਣਾ। ਪਰ ਮੈਂ ਤੇ ਸਪਸ਼ਟ ਕਹਿਤਾ ਮਰਦਾਨਿਆ ਮੈਨੂੰ ਲੱਗਦਾ ਤੈਨੂੰ ਗੁਰੂ ਬਾਬਾ ਜੀ ਦੀ, ਗੁਰੂ ਨਾਨਕ ਸਾਹਿਬ ਦੀ ਅਜੇ ਤੱਕ ਸਾਰ ਨਹੀਂ ਆਈ। ਸ਼੍ਰੀ ਗੁਰ ਭਨੈ ਚਲੋ ਮਰਦਾਨਾ,
ਦੇਖੋ ਸਹਿਲ ਕਰੋ ਬਿਦ ਨਾਨਾ। ਜਦੋਂ ਦੋਨਾਂ ਮਿੱਤਰਾਂ ਦੀ ਆਪਸ ਵਿੱਚ ਪਿਆਰ ਦੀ ਨੋਕ ਝੋਕ ਹੋਈ, ਗੁਰੂ ਨਾਨਕ ਸਾਹਿਬ ਮਹਾਰਾਜ ਉਸੇ ਵੇਲੇ ਉੱਠ ਪਏ, ਕਹਿੰਦੇ ਚੱਲ ਮਰਦਾਨਿਆਂ ਚੱਲੀਏ। ਇਹ ਹੈ ਬੇਪਰਵਾਹੀ। ਇਹ ਨਹੀਂ ਕਿ ਸਵੇਰੇ ਚੱਲਾਂਗੇ, ਕੱਲ ਚੱਲਾਂਗੇ, ਪਰਸੋਂ ਚੱਲਾਂਗੇ। ਉਸੇ ਪਲ ਉੱਠ ਗਏ, ਗੰਗਾ ਦੇ ਕਿਨਾਰੇ ਬੈਠੇ ਸੀ ਸਾਰੇ, ਕਹਿੰਦੇ ਚੱਲ ਚੱਲੀਏ। ਕਹਿੰਦਾ ਮਰਜ ਕਿੱਥੇ? ਗੁਰੂ ਬਾਬਾ ਜੀ ਕਹਿੰਦੇ ਜਿੱਥੇ ਕਰਤਾਰ ਲੈ ਜਾਏਗਾ। ਚੱਲ ਤੈਨੂੰ ਦੇਸ਼ਾਂ ਵਿਦੇਸ਼ਾਂ ਦੀ ਸੈਰ ਕਰਾਈਏ। ਚੱਲ ਮਰਦਾਨਿਆ ਤੈਨੂੰ ਦੁਨੀਆ ਦਿਖਾਈਏ। ਇਹ ਪੁਰਤੇ ਹੋਏ ਬਿਦਾ ਪਿਆਨੇ, ਭਗਤ ਜਗਤ ਮੇ ਜਿਨ ਪ੍ਰਗਟਾਨੇ। ਜਿਸ ਗੁਰੂ ਪਾਤਸ਼ਾਹ ਨੇ ਇਸ ਧਰਤੀ ਤੇ ਭਗਤੀ ਦਾ ਅਵਤਾਰ ਲੈ ਕੇ ਆਉਂਦਾ। ਅੱਗੇ ਲੋਕ ਤਪ ਕਰਦੇ ਸੀ, ਤਸੀਹੇ ਦਿੰਦੇ ਸੀ, ਪਰ ਸਤਿਗੁਰ ਕਹਿੰਦੇ ਤਪ ਕਰਨ ਦੀ ਲੋੜ ਨਹੀਂ, ਤਸੀਹੇ ਲੈਣ ਦੀ ਦੇਣ ਦੀ ਲੋੜ ਨਹੀਂ। ਭਾਈ ਜਪੋ ਤਾਂ ਏਕੋ ਨਾਮਾ ਅਵਰ ਨਿਰੰਤਰ। ਇੱਕ ਪਰਮੇਸ਼ਰ ਨੂੰ ਚੇਤੇ ਕਰੋ, ਜਿਹਨੇ ਸ੍ਰਿਸ਼ਟੀ ਬਣਾਈ ਆ, ਉਹਦਾ ਨਾਮ ਜਪੋ। ਭਾਈ ਮਰਦਾਨਾ ਜੀ ਸਤਿਗੁਰਾਂ ਦੇ ਪਿੱਛੇ ਪਿੱਛੇ ਤੁਰੇ ਜਾ ਰਹੇ ਨੇ। ਗੁਰੂ ਬਾਬਾ ਜੀ ਸਤਿਗੁਰਤਾਰ ਸਤਿਗੁਰਤਾਰ ਰਸਨਾ ਤੋਂ ਜਪਦੇ ਜਾ ਰਹੇ। ਬੜੇ ਨਗਰ ਆਏ, ਸ਼ਹਿਰ ਆਏ, ਪਿੰਡ ਆਏ, ਤਰ੍ਹਾਂ ਤਰ੍ਹਾਂ ਦੇ ਦੁਖੀ ਲੋਕ ਆਏ, ਸਭ ਨੂੰ ਸਤਿਗੁਰ ਮਿਲਦੇ। ਉਹ ਕਰਮਾਂ ਵਾਲੇ ਹੋਣਗੇ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਦੇ ਦੀਦਾਰ ਹੋਏ, ਜਿਨ੍ਹਾਂ ਨੂੰ ਸੰਗ ਪ੍ਰਾਪਤ ਹੋਇਆ ਹੋਣਾ। ਗਮਨੇ ਮਾਰਗ ਮੇ ਗਤ ਦਾਏ, ਕਿਤਕ ਕੋਸ ਪਰ ਪਹੁੰਚੇ ਜਾਏ। ਇੱਥੋਂ ਚਲਦੇ ਚਲਦੇ ਸਤਿਗੁਰ ਜੀ ਫੇਰ ਸਮੁੰਦਰਾਂ ਦੀ ਤਰਫ ਆ ਗਏ, ਕਿਉਂਕਿ ਬਹੁਤ ਵੱਡਾ ਸਫ਼ਰ ਹੈ 4 ਉਦਾਸੀਆਂ ਦਾ, ਜਿਹਦੇ ਵਿੱਚੋਂ ਇਹ ਸੰਖੇਪ ਇਤਿਹਾਸ ਹੈ, ਸੰਪੂਰਨ ਨਹੀਂ ਹੈ ਆਨੰਦ ਪ੍ਰਕਾਸ਼। ਵਿੱਚੋਂ ਵਿੱਚੋਂ ਕਵੀ ਜੀ ਨੇ ਪ੍ਰਮਾਣ ਦਿੱਤੇ ਹੋਏ ਆ। ਕਹਿੰਦੇ ਚਲਦੇ ਚਲਦੇ ਸਤਿਗੁਰੂ ਨਾਲ ਜਦੋਂ ਸਮੁੰਦਰ ਦੇ ਕਿਨਾਰੇ ਆ ਗਏ, ਬਹੁਤ ਦੂਰ ਤੱਕ ਸਫ਼ਰ ਤੈਅ ਕਰਦੇ ਰਹੇ। ਭਾਈ ਮਰਦਾਨਾ ਬਹੁਤ ਖੁਸ਼, ਕਹਿੰਦੇ ਬਾਬਾ ਅੱਜ ਫੇਰ ਸਮੁੰਦਰ ਆ ਗਿਆ, ਕਿ ਸਮੁੰਦਰਾਂ ਦੇ ਪਾਣੀਆਂ ਤੇ ਤੁਰਨਾ ਹੈ? ਬੰਦ ਕਹਿੰਦੇ ਨਹੀਂ, ਅੱਜ ਨਹੀਂ ਤੁਰਨਾ। ਚਲਦੇ ਚਲਦੇ ਨਾ ਕਿਨਾਰੇ ਤੇ ਏਦਾਂ ਲੱਗਿਆ ਜਿਵੇਂ ਕੋਈ ਟਾਪੂ। ਸਮੁੰਦਰ ਦੇ ਕਿਨਾਰੇ ਤੇ ਤੁਰਦੇ ਤੁਰਦੇ ਪਤਾ ਵੀ ਨਾ ਲੱਗਿਆ ਕਦੋਂ ਕਿਸੇ ਟਾਪੂ ਤੇ ਜਾ ਪੁੱਜੇ, ਕਿਉਂਕਿ ਇਹਦੀ ਅੱਖ ਦਾ ਫਰਕ ਹੈ। ਸਤ ਕਰਤਾਰ ਕਹਿੰਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਕਿਤੇ ਤੋਂ ਕਿਤੇ ਚਲੇ ਜਾਂਦੇ ਆ, ਤੇ ਜਦੋਂ ਚੇਤੇ ਆਉਂਦਾ ਫਿਰ ਤੁਰ ਕੇ ਵੀ ਸਫ਼ਰ ਤੈਅ ਕਰਦੇ ਆ। ਜਹਾਜ਼ਾਂ ਦਾ ਵੀ ਸਫ਼ਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਤਾ ਛੇਪੇ ਉੱਤੇ। ਅੱਜ ਗੁਰੂ ਬਾਬਾ ਜੀ ਚਲਦੇ ਚਲਦੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਤੁਰੇ। ਭਾਈ ਬਾਲਾ ਜੀ ਨਾਲ ਨਾਲ ਹਨ, ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਜਪਦੇ ਜਾਂਦੇ ਆ। ਕਹਿੰਦੇ ਕਦਮ ਦਰ ਕਦਮ ਤੁਰਦੇ ਨੇ, ਪਰ ਗੁਰੂ ਪਾਤਸ਼ਾਹ ਅੱਗੇ ਅੱਗੇ, ਭਾਈ ਬਾਲਾ ਪਿੱਛੇ ਪਿੱਛੇ, ਭਾਈ ਮਰਦਾਨਾ ਉਹਨਾਂ ਤੋਂ ਪਿੱਛੇ। ਇੱਕੋ ਚਾਲ ਵਿੱਚ ਤੁਰੇ ਜਾ ਰਹੇ ਨੇ। ਅੱਗੇ ਸਾਗਰ ਘੋਟਟ ਦੇਖਾ, ਲੱਗਿਓ ਜਾਹੇ ਸੋ ਮੱਛ ਵਸੇਖਾ। ਇਹ ਇੱਕ ਸਾਗਰ ਦਾ ਤੱਟ ਸੀ, ਤੱਟ ਕਿਨਾਰਾ। ਗੁਰੂ ਬਾਬਾ ਜੀ ਕਹਿੰਦੇ ਆਓ ਭਾਈ ਇਸ ਥਾਂ ਤੇ ਚੜ੍ਹੋ। ਮਤਲਬ ਇੱਕ ਉੱਚੀ ਘਾਟੀ ਕਹਿ ਲਓ, ਜਿਵੇਂ ਪਾਣੀਆਂ ਦੇ ਵਿੱਚ ਆ ਮਹਾਦੀਪ ਹੁੰਦੇ ਆ, ਏਦਾਂ ਸੀ। ਪਰ ਹੈ ਕੀ ਹੈ? ਭਾਈ ਸੰਤੋਖ ਸਿੰਘ ਲਿਖਦੇ ਆ ਕਿ ਬਹੁਤ ਵੱਡਾ ਵਿਸ਼ਾਲ ਇੱਕ ਮੱਛ ਸੀ। ਇੱਥੇ ਮੱਛ ਦਾ ਜੇ ਪ੍ਰਮਾਣ ਆਇਆ ਨਾ, ਉਹਦਾ ਇਹ ਨਹੀਂ ਦੱਸਣਾ ਵੀ ਉਹ ਕਿੰਨਾ ਕੁ ਵੱਡਾ ਸੀ ਤੇ ਕਿਉਂ ਸੀ। ਇਹ ਭਾਵ ਅਰਥ ਨੇ। ਗੁਰੂ ਬਾਬਾ ਜੀ ਕਹਿੰਦੇ ਉਸ ਮੱਛ ਦੀ ਸਵਾਰੀ ਕਰ ਰਹੇ ਆ, ਜਿਹਦੇ ਬਾਰੇ ਨਾ ਭਾਈ ਬਾਲਾ ਜੀ ਨੂੰ ਪਤਾ ਲੱਗਾ, ਨਾ ਭਾਈ ਮਰਦਾਨਾ ਨੂੰ ਲੱਗਦਾ। ਤੇ ਧਰਤੀ ਹੈ ਵੀ ਜਿਵੇਂ ਬਹੁਤ ਵੱਡਾ ਮਹਾਦੀਪ, ਕਿਉਂਕਿ ਸਾਈਜ਼ ਵਿੱਚ ਏਡਾ, ਜਿਵੇਂ ਅੱਜ ਸਮੁੰਦਰਾਂ ਵਿੱਚ ਵੱਡੀਆਂ ਵੱਡੀਆਂ ਵੇਲਜ਼ ਨੇ, ਕਿੰਨਾ ਭਾਰ ਆ ਉਹਨਾਂ, ਕਿੰਨੇ ਵੱਡੇ ਵੱਡੇ ਉਹਨਾਂ ਦੇ ਸਰੀਰ ਦੇ ਟਨਾਂ ਦੇ ਰੂਪ ਵਿੱਚ ਭਾਰ ਹੈ। ਹੁਣ ਇਸ ਮੱਛ ਤੇ ਸਵਾਰੀ ਕੀਤੀ, ਲੱਗਦਾ ਧਰਤੀ ਵਰਗਾ। ਕਹਿੰਦੇ ਜਦੋਂ ਸਤਿਗੁਰੂ ਜੀ ਕਿਨਾਰੇ ਤੋਂ ਇੱਕ ਪਾਸੇ ਹੋਏ, ਇਸ ਮੱਛ ਤੇ ਸਵਾਰ ਹੋ ਗਏ, ਕਹਿੰਦੇ ਉਹ ਪਾਣੀ ਵਿੱਚ ਟਹਿਲ ਪਿਆ, ਚੱਲ ਪਿਆ, ਪਰ ਇਹਦੀ ਸਵਾਰੀ ਕਰਨ ਵਾਲਿਆਂ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਧਰਤੀ ਤੇ ਖੜੇ ਹਾਂ ਜਾਂ ਮੱਛ ਤੇ। ਸਾਰੀ ਚੀਜ਼ ਜਿਵੇਂ ਬਹੁਤ ਵੱਡਾ ਸ਼ਿਪ ਹੋਵੇ ਜਾਂ ਵੱਡਾ ਪਲੇਨ ਹੋਵੇ, ਉਹਦੇ ਚ ਪਤਾ ਹੀ ਨਹੀਂ ਲੱਗਦਾ ਅਸੀਂ ਉੱਡ ਰਹੇ ਹਾਂ ਜਾਂ ਪਾਣੀ ਵਿੱਚ ਤੈਰ ਰਹੇ ਹਾਂ, ਕਿਸੇ ਧਰਤੀ ਤੇ ਬੈਠੇ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪਿੱਠ ਤੇ ਚੱਲਣ ਲੱਗ ਪਏ, ਤੁਰ ਪਏ, ਹੱਥ ਵਿੱਚ ਸੋਟਾ ਫੜਿਆ ਹੋਇਆ। ਭਾਈ ਮਰਦਾਨੇ ਕੋਲ ਰਵਾਬ ਹੈ, ਤੇ ਭਾਈ ਬਾਲਾ ਜੀ ਦੇ ਕੋਲ ਇੱਕ ਪੰਡ ਵਿੱਚ ਥੋੜੇ ਜਿਹੇ ਬਸਤਰ ਨੇ, ਚਾਦਰਾਂ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਤੁਰਦੇ ਤੁਰਦੇ ਕਾਫੀ ਦੂਰ ਤੱਕ ਚਲੇ ਗਏ। ਭਾਈ ਮਰਦਾਨੇ ਨਾਲ ਬਚਨ ਕਰਦੇ ਆ, ਹਾਸ ਰਸ ਖੇਡਦੇ ਵੀ ਆ, ਪਿਆਰ ਦੀਆਂ ਗੱਲਾਂ ਕਰਦੇ ਆ। ਭਾਈ ਮਰਦਾਨਾ ਕਹਿੰਦਾ ਮਹਾਰਾਜ ਮੈਨੂੰ ਤੇ ਭੁੱਖ ਬਹੁਤ ਲੱਗੀ ਹੈ। ਸਤਿਗੁਰੂ ਕਹਿੰਦੇ ਮਰਦਾਨਿਆ ਸ਼ਹਿਰ ਵਿੱਚੋਂ ਆਏ, ਉੱਥੇ ਨਹੀਂ ਲੱਗੀ ਤੇ ਸਮੁੰਦਰਾਂ ਦੀ ਲੱਗੀ ਆ ਜੀ।
ਇੱਥੇ ਤੇ ਕੋਈ ਖਾਣ ਪੀਣ ਨੂੰ ਜੰਗਲ ਨਹੀਂ, ਬਾਗ ਨਹੀਂ, ਬੇਲਾ ਨਹੀਂ, ਕੋਈ ਹੱਟ ਵੀ ਨਹੀਂ ਹੈ। ਪਰ ਕਹਿੰਦਾ ਪਾਤਸ਼ਾਹ ਅੱਜ ਦੀ ਭੁੱਖ ਸਹਾਰੀ ਜਾ ਸਕਦੀ, ਪਰ ਸਵੇਰ ਹੁੰਦਿਆਂ ਛੇਤੀ ਭੋਜਨ ਮਿਲ ਜੇ। ਭਾਈ ਬਾਲਾ ਜੀ ਕਹਿੰਦੇ ਇਦਾਂ ਦੇ ਬਚਨ ਕਰਦੇ ਕਰਦੇ ਅਸੀਂ ਬੜੀ ਦੂਰ ਤੱਕ ਸਮੁੰਦਰ ਦੇ ਸਫ਼ਰ ਤੇ ਪੈਦਲ ਗਏ। 35 ਕੋਸ ਹੁਤੋ ਬਿਸਤਾਰਾ, ਪੀਠ ਤਾਹੇ ਕੀ ਚੜ੍ਹੇ ਉਦਾਰਾ। ਪਰ ਇਹ ਮੱਛ ਜੋ ਮੱਛ ਦੇ ਰੂਪ ਵਿੱਚ, ਇਹਦਾ ਆਕਾਰ ਕਿੱਡਾ ਹੋਏਗਾ? 35 ਕੋਹ। ਇਤਿਹਾਸ ਦੇ ਮੁਤਾਬਕ ਕਹਿੰਦੇ 35 ਕੋਹ ਇਹਦਾ ਵਿਸਥਾਰ ਹੈ, ਸੱਜੇ ਖੱਬੇ ਸਿੱਧਾ ਇਧਰ ਕਿੱਡਾ ਵੱਡਾ ਹੋਣਾ, ਵਿਸ਼ਾਲ ਸ਼ਿਪ ਵਰਗਾ ਹੈ, ਜਹਾਜ਼ ਵਰਗਾ ਹੈ। ਪਰ ਭਾਈ ਬਾਲਾ ਜੀ ਕਹਿੰਦੇ ਨਾ ਮੈਂ ਕੋਈ ਸਵਾਲ ਕੀਤਾ ਤੇ ਨਾ ਸਾਨੂੰ ਏਦਾਂ ਮਹਿਸੂਸ ਹੋਇਆ ਵੀ ਅਸੀਂ ਕਿਸੇ ਦੀ ਪਿੱਠ ਤੇ ਸਵਾਰੀ ਕਰ ਰਹੇ ਹਾਂ। ਸਤਿਗੁਰਾਂ ਦੀ ਮੌਜ ਵਿੱਚ ਤੁਰੇ ਗਏ। ਭਾਈ ਮਰਦਾਨਾ ਜੀ ਨੂੰ ਕਦੇ ਨਾ ਕਦੇ ਲੱਗਦਾ ਜਿਵੇਂ ਚੱਕਰ ਆਉਂਦੇ ਆ, ਜਿਵੇਂ ਧਰਤੀ ਘੁੰਮਦੀ ਹੋਵੇ, ਭੁਚਾਲ ਆਉਂਦਾ ਹੋਵੇ, ਕਿਉਂਕਿ ਉਹ ਮੱਛ ਹੈ, ਪਾਣੀ ਦੇ ਵਿੱਚ ਤੁਰਿਆ ਜਾ ਰਿਹਾ ਹੈ। ਕਹਿੰਦੇ ਸਾਰਾ ਦਿਨ ਹੀ ਲੰਘ ਗਿਆ, ਸਵੇਰ ਤੋਂ ਦੁਪਹਿਰ, ਦੁਪਹਿਰ ਤੋਂ ਸ਼ਾਮ ਹੋ ਗਈ, ਪਰ ਇਸੇ ਥਾਂ ਤੇ ਸਤਿਗੁਰਾਂ ਨੇ ਆਰਾਮ ਕੀਤਾ। ਪਰ ਨਹੀਂ ਕਿਸੇ ਨੂੰ ਪਤਾ ਲੱਗਿਆ ਵੀ ਇਹ ਕੋਈ ਧਰਤੀ ਹੈ ਜਾਂ ਕਿਸੇ ਮੱਛ ਦਾ ਸਰੀਰ ਹੈ, ਕਿਉਂਕਿ ਪਤਾ ਨਹੀਂ ਉਹ ਕਿੰਨੀਆਂ ਸਦੀਆਂ ਦਾ ਹੋਣਾ, ਕਿੰਨੀਆਂ ਸਾਲਾਂ ਦਾ ਹੋਣਾ। ਗੁਰੂ ਨਾਨਕ ਸਾਹਿਬ ਮਹਾਰਾਜ ਚੱਲ ਰਹੇ ਨੇ, ਭਾਈ ਮਰਦਾਨੇ ਨੂੰ ਗੱਲਾਂ ਵਿੱਚ ਵੇਖਦੇ ਆ ਵੀ ਇਹਨੂੰ ਕੁਝ ਪਤਾ ਵੀ ਲੱਗਿਆ। ਉਹ ਉਹੀ ਗੱਲਾਂ ਕਰ ਕਹਿੰਦੇ ਬਾਬਾ ਅੱਜ ਕੱਲ ਮੇਰਾ ਚੇਤ ਨਹੀਂ ਕਰਦਾ, ਮੇਰਾ ਦਿਲ ਕਰਦਾ ਹੈ ਮੈਂ ਆਪਣੇ ਪਿੰਡ ਜਾ ਆਵਾਂ। ਚੜ ਕਰ ਬੋਲੇ ਦੀਨ ਦਿਆਲਾ, ਸੁਣੋ ਬੈਨ ਮਰਦਾਨਾ ਬਾਲਾ। ਗੁਰੂ ਸਾਹਿਬ ਆਖਣ ਲੱਗੇ ਕਹਿੰਦੇ ਮਰਦਾਨਿਆਂ ਦੱਸ ਤੂੰ ਕਿਹਦੇ ਤੇ ਚੜਿਆ ਹੋਇਆ? ਧਰਤੀ ਹੈ, ਪਹਾੜ ਹੈ। ਕਹਿੰਦਾ ਮਹਾਰਾਜ ਮੈਨੂੰ ਏਦਾਂ ਲੱਗਦਾ ਆਪਾਂ ਕਿਸੇ ਟਾਪੂ ਤੇ, ਸਮੁੰਦਰ ਦੇ ਵਿਚਕਾਰ ਕੋਈ ਟਾਪੂ ਹੈ, ਅਸੀਂ ਉਸ ਟਾਪੂ ਤੇ ਤੁਰੇ ਫਿਰਦੇ ਆ। ਪਰ ਕਹਿੰਦੇ ਮੈਨੂੰ ਚੱਕਰ ਵੀ ਆਉਂਦੇ ਆ, ਮੈਨੂੰ ਲੱਗਦਾ ਇਸ ਟਾਪੂ ਤੇ ਆਲੇ ਦੁਆਲੇ ਸਮੁੰਦਰ ਦੀਆਂ ਛੱਲਾਂ ਉੱਠਦੀਆਂ ਨੇ। ਮਰਦ ਮੁਸਕਰਾ ਏਡੇ ਬਚਨ ਕਹਿ ਕੇ ਸਤਿਗੁਰਾਂ ਨੇ ਫੇਰ ਕੋਈ ਬਚਨ ਆਖਿਆ ਨਾ। ਅਬ ਕਾ ਭਰ ਹਮ ਗਮਨੇ ਜਾਹੀ, ਭੇਦ ਲਖਿਓ ਕਹਿ ਦੋ ਤੁਮ ਨਾਹੀ। ਇੱਕ ਪੈਰ ਲੰਘਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਬਾਲਿਆ ਭਾਈ ਤੂੰ ਦੱਸ ਭੇਦ ਹੈ ਤੈਨੂੰ, ਆਪਾਂ ਕਿਹਦੇ ਤੇ ਤੁਰੇ ਜਾ ਰਹੇ? ਮੈਂ ਹੱਥ ਜੋੜ ਕੇ ਕਿਹਾ ਪਾਤਸ਼ਾਹ ਤੁਸੀਂ ਚਾਹੋ ਸਮੁੰਦਰਾਂ ਦੇ ਪਾਣੀਆਂ ਤੇ ਤੋਰ ਸਕਦੇ ਹੋ, ਤੁਸੀਂ ਜਾਓ ਖੰਡਾਂ ਬ੍ਰਹਿਮੰਡਾਂ ਆਕਾਸ਼ਾਂ ਵਿੱਚ ਤੋਰ ਸਕਦੇ ਹੋ, ਮੈਂ ਨਹੀਂ ਜਾਣਾ। ਮੈਨੂੰ ਨਹੀਂ ਪਤਾ ਇਸ ਬਾਰੇ ਆਪਾਂ ਕਿੱਥੇ ਤੁਰੇ ਜਾ ਰਹੇ ਹਾਂ। ਸਤਿਗੁਰ ਕਹਿੰਦੇ ਮਰਦਾਨਿਆ ਤੈਨੂੰ ਮਾੜਾ ਮੋਟਾ ਪਤਾ ਲੱਗਿਆ ਹੁਣ? ਕਹਿੰਦਾ ਨਹੀਂ ਪਾਤਸ਼ਾਹ ਮੈਨੂੰ ਤੇ ਇਹ ਲੱਗਦਾ ਵੀ ਆਪਾਂ ਕਿਸੇ ਟਾਪੂ ਤੇ ਬੈਠੇ ਆ, ਪਰ ਇੱਥੇ ਰੜਾ ਮੈਦਾਨ ਹੈ, ਇੱਥੇ ਕੋਈ ਜੰਗਲ ਨਹੀਂ, ਕੋਈ ਘਾਹ ਨਹੀਂ, ਕੋਈ ਪਹਾੜ ਨਹੀਂ, ਜਿਵੇਂ ਬੰਜਰ ਜ਼ਮੀਨ ਹੋਵੇ। ਮੈਂ ਤਬ ਕਹਿਓ ਨਾ ਹਮ ਕਛ ਜਾਪੇ, ਤੁਮਰੀ ਗਤ ਤੁਮ ਜਾਣੋ ਆਪੇ। ਗੁਰੂ ਅੰਗਦ ਦੇ ਪਾਤਸ਼ਾਹ ਦੇ ਸਨਮੁਖ ਬੇਨਤੀ ਕਰਕੇ ਭਾਈ ਬਾਲਾ ਜੀ ਕਹਿੰਦੇ ਮੈਂ ਕਿਹਾ ਮਹਾਰਾਜ ਮੈਨੂੰ ਤੇ ਪਤਾ ਨਹੀਂ, ਪਰ ਤੁਸੀਂ ਦੱਸ ਦਿਓ, ਕਿਉਂਕਿ ਤੁਸੀਂ ਆਪਣੀ ਗਤ ਆਪ ਜਾਣਦੇ ਹੋ। ਤੁਮਰੀ ਗਤ ਮਿਤ ਤੁਮ ਹੀ ਜਾਣੀ, ਤੁਹਾਡੇ ਤੋਂ ਬਿਨਾ ਕੌਣ ਜਾਣ ਸਕਦਾ ਏ? ਸ੍ਰਿਸ਼ਟੀ ਸਾਜਣ ਵਾਲੇ ਹੋ, ਖੰਡਾਂ ਬ੍ਰਹਿਮੰਡਾਂ ਨੂੰ ਬਣਾਉਣ ਵਾਲੇ ਹੋ, ਅਸੀਂ ਤੁਹਾਡੀ ਸਾਰ ਕਿਤੇ ਜਾਣ ਸਕਦੇ? ਤੁਹਾਡੇ ਹਿਰਦੇ 'ਚ ਕੀ ਚੱਲਦਾ ਅਸੀਂ ਥੋੜਾ ਜਾਣ ਸਕਦੇ। ਬੇਸ਼ੱਕ ਦੋਨੋਂ ਗੁਰਸਿੱਖ ਬ੍ਰਹਮ ਗਿਆਨੀ ਨੇ, ਪਰ ਆਪਣੇ ਗੁਰੂ ਨਾਲ ਪਿਆਰ ਇੰਨਾ ਕਰਦੇ ਆ, ਮਾਣ ਇੰਨਾ ਰੱਖਦੇ ਥੋੜਾ ਵੀ ਸਿੱਖ ਜੇ ਗੁਰੂ ਦੇ ਦਿਲ ਦੀ ਜਾਣ ਗਿਆ ਤੇ ਕਹਿਤਾ ਮਰਜ ਮੈਨੂੰ ਪਤਾ ਤੁਸੀਂ ਕੀ ਸਮਝਦੇ ਹੋ। ਨਹੀਂ, ਸਰਕਾਰ ਵੱਡਾ ਹੈ, ਅਦਬ ਵੱਡਾ ਹੈ। ਮਰਦ ਕਹਿੰਦੇ ਬਾਲਿਆ ਸੱਚੀ ਨਹੀਂ ਪਤਾ? ਕਹਿੰਦੇ ਨਹੀਂ ਪਾਤਸ਼ਾਹ ਸਾਨੂੰ ਨਹੀਂ ਪਤਾ, ਜੇ ਕਿਰਪਾ ਕਰਕੇ ਦੱਸੋ ਅਸੀਂ ਜਾਣ ਸਕਦੇ ਹਾਂ। ਹਮਾਰੀ ਅਲਪ ਬੁੱਧ ਕਿਆ ਜਾਣੇ, ਤੁਮ ਪਰਮੇਸ਼ਰ ਪੁਰਖ ਮਹਾਨੇ। ਭਾਈ ਮਰਦਾਨਾ ਕਹਿੰਦਾ ਮਰਦ ਮੇਰੀ ਵੀ ਮੱਤ ਬਹੁਤ ਥੋੜੀ ਹੈ ਜੀ, ਮੈਨੂੰ ਇੰਨੀ ਸਮਝ ਨਹੀਂ। ਗੁਰੂ ਸਾਹਿਬ ਮੁਸਕਰਾ ਪਏ ਸੁਣ ਕੇ, ਕਿਉਂਕਿ ਭਾਈ ਮਰਦਾਨਾ ਜੀ ਬੜੇ ਪਿਆਰ ਦੀਆਂ ਗੱਲਾਂ ਕਰਦੇ ਆ। ਉਹ ਕਦੇ ਕਦੇ ਤੇ ਕਹਿੰਦੇ ਬਾਬਾ ਮੈਂ ਤੈਨੂੰ ਜਾਣਦਾ ਹੀ ਨਹੀਂ, ਮੈਂ ਤੇ ਗਲਤੀ ਉਸ ਦਿਨ ਕਰ ਲਈ ਜਦੋਂ ਤੁਹਾਡੇ ਨਾਲ ਤੁਰ ਪਿਆ, ਨਾ ਰੋਟੀ ਮਿਲੇ ਨਾ ਪਾਣੀ ਮਿਲੇ, ਤੁਹਾਨੂੰ ਭੁੱਖ ਨਹੀਂ ਲੱਗਦੀ ਤੇ ਮੈਨੂੰ ਤੁਸੀਂ ਵੇਖਦੇ ਨਹੀਂ। ਤੇ ਕਦੇ ਕਦੇ ਇੰਨੇ ਖੁਸ਼ ਹੁੰਦੇ ਕਹਿੰਦੇ ਬਾਬਾ ਅਸਾਂ ਦਾ ਜਨਮ ਸਫਲਾ, ਸਾਡੇ ਵਰਗੇ ਭਾਗ ਕਿਹਦੇ ਹੋਣੇ ਜਿਹਨੂੰ ਨਿਰੰਕਾਰ ਦੇ ਰੂਪ ਵਿੱਚ ਗੁਰੂ ਨਾਨਕ ਮਿਲ ਗਏ। ਮੰਦੀਆਂ ਖੇਡਾਂ ਨੇ ਕਦੇ ਕਦੇ ਪ੍ਰਸੰਨ ਚਿੱਤ,
ਕਦੇ ਕਦੇ ਗਮ ਗੀਤ, ਪਰ ਭਾਈ ਮਰਦਾਨਾ ਤੇ ਜੱਗ ਤਾਰਨ ਦਾ ਇੱਕ ਬਹਾਨਾ ਹਨ। ਸਤਿਗੁਰਾਂ ਨੇ ਨਾ ਕਿਸੇ ਗੱਲ ਦਾ ਜਵਾਬ ਹੀ ਨਾ ਦਿੱਤਾ। ਭਾਈ ਮਰਦਾਨਾ ਜਿੱਦ ਕਰਕੇ ਬਾਰ-ਬਾਰ ਪੁੱਛਦੇ ਕਿ ਮਹਾਰਾਜ ਦੱਸਦੇ ਦਿਓ ਆਪਾਂ ਕਿੱਥੇ ਤੁਰਦੇ ਆ। ਸੋ ਹਮ ਲਖੈ ਜੋ ਆਪ ਲਖਾਵੋ, ਦੇਖੈ ਸੋ ਜੋ ਆਪ ਦਿਖਾਵੋ। ਗੁਰੂ ਬਾਬਾ ਜੀ ਉਸੇ ਥਾਂ ਤੇ ਬੈਠ ਕੇ ਚੌਂਕੜਾ ਲਾਈ, ਕਹਿੰਦੇ ਬਹਿ ਜਾਓ। ਮਹਾਰਾਜ ਕਹਿੰਦੇ ਮਰਦਾਨਿਆ ਸੱਚਮੁੱਚ ਜਾਣਨਾ ਚਾਹੁੰਦਾ ਭਾਈ? ਕਹਿੰਦੇ ਹਾਂ ਬਾਦਸ਼ਾਹ, ਪਰ ਜਾਣਾਂਗੇ ਉਹੀ ਜੋ ਤੁਸੀਂ ਜਣਾਓਗੇ। ਆਪਣੀ ਅਕਲ ਲਈ ਨਹੀਂ, ਆਪਣੀ ਸਿਆਣਪ ਲਈ ਨਹੀਂ, ਆਪਣੀ ਸਮਝ ਲਈ ਨਹੀਂ। ਕਿਉਂਕਿ ਗੁਰੂ ਦੇ ਪਿਆਰ ਵਿੱਚ ਭਿੱਜ ਕੇ ਜਦੋਂ ਸਿੱਖ ਜਾਣਨਾ ਚਾਹੁੰਦਾ ਨਾ, ਉਹ ਨਿਮਰਤਾ 'ਚ ਜਾਣਦਾ। ਤੇ ਜਦੋਂ ਕੋਈ ਹੰਕਾਰ 'ਚ ਕਹਿੰਦਾ, ਉਹ ਕਹਿੰਦਾ ਮੈਨੂੰ ਪਤਾ ਹੈ, ਮੈਨੂੰ ਦੱਸ, ਮੈਂ ਜਾਣਦਾ, ਤੂੰ ਕੌਣ ਹੈ, ਮੈਨੂੰ ਸਾਰਿਆਂ ਦਾ ਪਤਾ ਹੈ। ਪਰ ਇਹ ਤੇ ਉਹ ਗੁਰਮੁਖ ਰੂਹਾਂ ਨੇ ਜੋ ਗੁਰੂ ਸਾਹਿਬ ਦਾ ਸੰਗ ਸਾਥ ਦੇ ਰਹੇ। ਚੌਂਕੜਾ ਮਾਰ ਕੇ ਗੁਰੂ ਬਾਬਾ ਜੀ ਉਸ ਮੱਛ ਤੇ ਬੈਠ ਗਏ, ਜੋ ਇੱਕ ਵਿਸ਼ਾਲ ਰੂਪ ਵਿੱਚ ਧਰਤੀ ਦਾ ਰੂਪ ਧਾਰਨ ਕਰਕੇ ਘੁੰਮਦਾ ਏ। ਗੁਰੂ ਭਨੈ ਮੱਛ ਮਹਾਨਾ, ਕਿਤੇ ਕਾਲ ਕੇ ਕਰਤ ਪਿਆਨਾ। ਸਤਿਗੁਰ ਕਹਿੰਦੇ ਮਰਦਾਨਿਆ ਆਪਾਂ ਨਾ ਮੱਛ ਦੀ ਪਿੱਠ ਤੇ ਤੁਰੇ ਫਿਰਦੇ ਆ। ਮੇਲ ਮੱਛੀ ਇੱਕ ਫੀਮੇਲ ਹੁੰਦੀ ਆ, ਮੇਲ ਮੱਛ, ਉਹਦੀ ਪਿੱਠ ਤੇ ਤੁਰੇ। ਕਹਿੰਦਾ ਬਾਬਾ ਅੱਛਾ। ਸਤਿਗੁਰ ਕਹਿੰਦੇ ਹੁਣ ਦੇ ਨਹੀਂ, ਸਵੇਰ ਤੋਂ ਹੀ ਤੁਰੇ ਫਿਰਦੇ ਆ। ਤੂੰ ਕਹਿੰਦਾ ਮਰਗ ਟਾਪੂ ਤੇ, ਸਤਿਗੁਰ ਕਹਿੰਦੇ ਟਾਪੂ ਨਹੀਂ ਭਾਈ, ਇੱਕ ਮੱਛ ਹੈ। ਮਰਦਾਨੇ ਦੂਰ ਦੂਰ ਤੱਕ ਦੇਖਿਆ, ਕਹਿੰਦੇ ਬਾਬਾ ਲੱਗਦਾ ਤੇ ਧਰਤੀ ਹੈ, ਇਹਦਾ ਧਿਆਨ ਹੀ ਨਹੀਂ ਪੈਂਦਾ। 27 ਕੋਹ ਦਾ ਜ਼ਿਕਰ ਕੀਤਾ ਨਾ, ਕਿੱਥੋਂ ਤੱਕ ਜਾਂਦਾ ਹੁੰਦਾ, ਕਿੱਡਾ ਆਕਾਰ ਹੋਣਾ, ਪਰ ਉਹਦੀ ਚਮੜੀ ਇੰਨੀ ਖੁਰਦਰੀ ਆ, ਲੱਗਦਾ ਜਿਵੇਂ ਕੋਈ ਬੰਜਰ ਧਰਤੀ ਹੋਵੇ, ਕਦੇ ਕੁਝ ਬੀਜਿਆ ਨਾ ਹੋਵੇ। ਜਦੋਂ ਸਤਿਗੁਰਾਂ ਦੀ ਰਸਨਾ ਤੋਂ ਇਹ ਬਚਨ ਸੁਣੇ, ਭਾਈ ਮਰਦਾਨਾ ਭਾਵੁਕ ਹੋ ਗਏ। ਕਹਿੰਦੇ ਮਹਾਰਾਜ ਮੱਛ ਤੇ ਛੋਟੇ ਛੋਟੇ ਹੁੰਦੇ ਆ, ਮੱਛੀਆਂ ਛੋਟੀਆਂ ਹੁੰਦੀਆਂ ਨੇ, ਐਡਾ ਵੱਡਾ ਮੱਛ ਕਿਵੇਂ ਹੋ ਸਕਦਾ ਹੈ? ਸਤਿਗੁਰੂ ਕਹਿੰਦੇ ਹਾਂ ਭਾਈ ਹੈ, ਬਹੁਤ ਵੱਡਾ ਹੈ। ਕਹਿੰਦੇ ਬਾਬਾ ਇਹ ਮਰਦਾ ਨਹੀਂ, ਜੇ ਇਹ ਮੱਛ ਹੈ, ਐਡਾ ਆਕਾਰ ਇਹਦਾ ਹੋ ਗਿਆ, ਇਹ ਮਰਿਆ ਨਹੀਂ ਹੋਊਗਾ। ਕਿਉਂਕਿ ਗੁਰੂ ਸਾਹਿਬ ਨੇ ਕਿਹਾ ਕਿ ਸਦੀਆਂ ਤੋਂ ਤੁਰਿਆ ਫਿਰਦਾ। ਕਿਹੜਾ ਜੀਵ ਆ ਦੁਨੀਆ ਤੇ ਜਿਹੜਾ ਸਦੀਆਂ ਤੋਂ ਹੋਵੇ? ਬੜੀਆਂ ਦੁਰਲੱਭ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੀਆਂ ਉਮਰਾਂ ਬੜੀਆਂ ਲੰਮੇਰੀਆਂ ਹੁੰਦੀਆਂ, ਉਹਦਾ ਕੋਈ ਕਾਰਨ ਹੁੰਦਾ ਹੈ। ਜਦ ਕਿ ਹਰ ਜੀਵ ਦੀ ਕੋਈ ਨਾ ਕੋਈ ਆਰਜੂ ਤੇ ਉਮਰ ਫਿਕਸ ਹੁੰਦੀ ਹੈ। ਕੋਈ 70 ਸਾਲ, ਕੋਈ 80 ਸਾਲ, ਕੋਈ 10 ਸਾਲ, ਕੋਈ 5 ਸਾਲ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਹੈ ਇਹਦੇ ਵੀ ਕਰਮ ਮਾੜੇ। ਜੇ ਮਾੜੇ ਕਰਮ ਸੀ ਤਾਂ ਇਹਨੂੰ ਟੇਢੀ ਜੂਨ ਪ੍ਰਾਪਤ ਹੋਈ ਹੈ। ਅੱਗੇ ਕਿਤੇ ਦੂਰ ਲੋ ਲਖੀਏ, ਚਲੋ ਭਲੀ ਬਿਦ ਸੋਏ ਭਿਖੀਏ। ਇੱਕ ਵਾਰ ਤੇ ਡਰ ਵੀ ਲੱਗਿਆ ਭਾਈ ਮਰਦਾਨੇ ਨੂੰ ਵੀ, ਜੇ ਮੱਛ ਦੀ ਪਿੱਠ ਤੇ ਤੁਰੇ ਫਿਰਦੇ, ਜੇ ਪਲਟੀ ਮਾਰ ਗਿਆ ਫਿਰ ਕੀ ਕਰੂਗਾ? ਥੋੜੀ ਦੇਰ ਬਾਅਦ ਕਹਿੰਦੇ ਬਾਬਾ ਆਪਾਂ ਵੇਖ ਕੇ ਆਈਏ ਕਿੱਥੋਂ ਤੱਕ ਹੈ, ਇਹਦਾ ਸਿਰ ਕਿਹੜੇ ਪਾਸੇ? ਮਰ ਕੇ ਉੱਠੇ, ਹੱਥ ਵਿੱਚ ਸੋਟਾ ਫੜਿਆ ਗੁਰੂ ਨਾਨਕ ਸਾਹਿਬ ਜੀਆਂ ਦੇ, ਤੁਰ ਪਏ। ਕਹਿੰਦੇ ਚੱਲ ਤੁਰੇ ਜਾ ਰਹੇ ਨੇ, ਕਿਉਂਕਿ ਰਾਤ ਵੀ ਇੱਥੇ ਹੀ ਕੱਟੀ ਹੈ, ਸਵੇਰਾ ਹੋ ਗਿਆ, ਤੁਰੀ ਜਾ ਰਹੇ ਨੇ, ਤੁਰੀ ਜਾ ਰਹੇ ਨੇ, ਸਫ਼ਰ ਮੁੱਕਣ ਜੀ ਨਹੀਂ ਆਉਂਦਾ। ਪਰ ਹੈਰਾਨੀ ਦੀ ਗੱਲ ਹੈ ਵੀ ਐਡਾ ਵੱਡਾ ਵਿਸ਼ਾਲ ਜੀਵ ਨਾ ਕਦੇ ਕਿਸੇ ਨੇ ਸੁਣਿਆ, ਨਾ ਕਦੇ ਵੇਖਿਆ ਏ। ਜਾਏ ਸੀਸ ਪਰ ਕੀਨੋ ਡੇਰਾ, ਤਬ ਮਰਦਾਨੇ ਮੁਖ ਤੇ ਹੀਰਾ। ਚੱਲਦੇ ਚੱਲਦੇ ਸਤਿਗੁਰਾਂ ਨੇ ਉਹਦੇ ਸਿਰੇ ਉੱਤੇ ਜਾ ਕੇ ਟਿਕਾਣਾ ਕਰ ਲਿਆ। ਹੁਣ ਜਿਹਦਾ ਆਕਾਰ ਹੀ ਮੀਲਾਂ 'ਚ ਹੈ ਤੇ ਸਿਰ ਕਿੰਨਾ ਵੱਡਾ ਹੋਣਾ। ਜਦੋਂ ਕੋਈ ਚੋਟੀ ਹੁੰਦੀ ਪਹਾੜ ਦੀ, ਸੱਚੇ ਪਾਤਸ਼ਾਹ ਰੱਖ ਕੇ ਸੋਟਾ ਬੈਠ ਗਏ। ਭਾਈ ਮਰਦਾਨਾ ਵੇਖਦਾ ਵੀ ਅੱਖਾਂ ਕਾਹਦੀਆਂ ਖੂਹ ਨੇ, ਡਰ ਵੀ ਲੱਗਦਾ ਹੈ, ਬੜੇ ਵਿਸ਼ਾਲ ਦੰਦ ਨੇ, ਕਿਉਂਕਿ ਉਹ ਮੱਛ ਹੈ, ਪਾਣੀ ਚਾਹੀਦਾ। ਉਹਦਾ ਸ਼ਿਕਾਰ ਕੀ ਹੈ? ਸੈਂਕੜੇ ਮੱਛੀਆਂ ਇੱਕ ਵਾਰ ਮੂੰਹ ਅੱਡਿਆਂ ਤੋਂ ਅੰਦਰ ਚਲੀਆਂ ਜਾਂਦੀਆਂ ਤੇ ਸ਼ਿਕਾਰ ਬਣ ਜਾਂਦੀਆਂ ਹਜ਼ਾਰਾਂ ਦੇ ਰੂਪ 'ਚ। ਭਾਈ ਮਰਦਾਨਾ ਪੁੱਛਣ ਲੱਗਿਆ ਬੜਾ ਪ੍ਰਭਾਵਿਤ ਹੋ ਕੇ, ਮਹਾਰਾਜ ਐਡੇ ਵੱਡੇ ਸਮੁੰਦਰ ਵਿੱਚ ਇੱਕੋ ਹੀ ਮੱਛ ਹੈ? ਕਹਿੰਦੇ ਇਦਾਂ ਲੱਗਦਾ ਜਿਵੇਂ ਆਪਾਂ ਕਿਸੇ ਵੇੜੇ ਤੇ ਸਵਾਰ ਹੁੰਦੇ। ਸਤਿਗੁਰ ਕਹਿੰਦੇ ਵੇੜੇ ਨਾਲੋਂ ਘੱਟ ਨਹੀਂ, ਮਰਦਾਨੇ ਆਪਾਂ ਇਹਦੇ ਸਿਰ ਵਾਲੇ ਪਾਸੇ ਬੈਠੇ ਆ, ਕੱਲ ਦੇ ਚੱਲੇ ਸੀ, ਅੱਜ ਪੁੱਜੇ ਹਾਂ। ਉਸਰਿਓ ਦੀਸ ਤਵੜੋ ਆਕਾਰ, ਦੀਰਘ ਲੋਚਨ ਕੇ ਵਿਸਤਾਰਾ। ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਜੀ ਮੈਂ ਤੇ ਪਹਿਲੀ ਵਾਰ ਵੇਖਿਆ, ਇਹ ਤੁਹਾਡੀ ਮਾਇਆ ਹੈ, ਕੋਈ ਖੇਡ ਹੈ ਤੁਹਾਡੀ। ਕਿਉਂਕਿ ਗੁਰੂ ਬ੍ਰਹਿਮੰਡ ਦੀ ਰਚਨਾ ਕਰਨ ਵਾਲਾ ਹੈ, ਗੁਰੂ ਸ੍ਰਿਸ਼ਟੀ ਸਾਜਣ ਵਾਲਾ ਹੈ। ਆ ਛੋਟੀਆਂ ਮੋਟੀਆਂ ਕਰਾਮਾਤਾਂ ਵਿੱਚ ਗੁਰੂ ਨੂੰ ਨਾ ਜੋੜੀਏ।
ਵੀ ਫਲਾਣੀ ਥਾਂ ਤੇ ਮਰਦ ਨੇ ਆਹ ਕਰਤਾ, ਫਲਾਣਾ ਦੁਖੀ ਸੀ ਸੁਖੀ ਹੋ ਗਿਆ। ਉਹ ਇਹ ਤੇ ਛੋਟੀਆਂ ਛੋਟੀਆਂ ਗੱਲਾਂ ਜੋ ਸ੍ਰਿਸ਼ਟੀ ਬਣਾਉਣ ਵਾਲਾ ਹੈ, ਦੁਨੀਆ ਸਾਜਣ ਵਾਲਾ ਹੈ, ਕਰੋੜਾਂ ਬ੍ਰਹਿਮੰਡ ਜੀ ਨੇ ਬਣਾਏ ਨੇ। ਮਨੁੱਖ ਨੂੰ ਬਣਾਉਣਾ, ਸਵਾਸ ਪਾਉਣਾ ਕਰਾਮਾਤ ਨਹੀਂ ਤੇ ਹੋਰ ਕੀ ਹੈ। ਆ ਕੁਦਰਤ ਦਾ ਸਾਈਕਲ ਚੱਲਦਾ ਹੈ ਆਪਣੇ ਆਪ, ਇਹ ਰੱਬ ਨਹੀਂ ਤੇ ਹੋਰ ਕੀ, ਕਰਾਮਾਤ ਨਹੀਂ ਤੇ ਹੋਰ ਕੀ ਹੈ। ਉਹ ਕਾਦਰ ਦੀ ਕਰਾਮਾਤ ਹੈ ਜੋ ਪ੍ਰਤੱਖ ਹੈ। ਆ ਸਾਡਾ ਜਿਸਮ ਸਰਜਰੀ ਕਰਾ ਕੇ ਵੇਖੋ, ਕਿਤੇ ਰੂਹ ਮਿਲਦੀ, ਆਤਮਾ ਮਿਲਦੀ ਹੈ, ਕਿਤੇ ਕੁਝ ਪ੍ਰਾਪਤ ਹੁੰਦਾ ਹੈ? ਨਹੀਂ। ਪਰ ਕਾਰਨ ਤੇ ਸੂਖਮ ਸਰੀਰ ਇਹਦੇ ਵਿੱਚ ਨੇ, ਮਨ ਵੀ ਇਹਦੇ ਅੰਦਰ ਹੀ ਹੈ, ਆਤਮਾ ਵੀ ਅੰਦਰ ਹੈ। ਪਰ ਨਜ਼ਰ ਦੇ ਕਦੇ ਕਿਸੇ ਨੂੰ ਆਈ ਨਹੀਂ, ਲੱਖਾਂ ਫਿਲਟਰਾਂ ਦੇ ਵਿੱਚ। ਕਿਉਂ? ਇਹ ਵੀ ਕਰਾਮਾਤ ਹੈ। ਕਰਾਮਾਤਾਂ ਬੰਦਿਆਂ ਲਈ ਵੱਡੀਆਂ ਹੋ ਸਕਦੀਆਂ, ਰੱਬ ਲਈ ਤੇ ਛੋਟੀਆਂ ਛੋਟੀਆਂ ਖੇਡਾਂ ਨੇ। ਭਾਈ ਬਾਲਾ ਜੀ ਆਖਣ ਲੱਗੇ, ਸਤਿਗੁਰੂ ਤੁਸੀਂ ਨਿਰੰਕਾਰ ਹੋ, ਤੁਹਾਡਾ ਆਕਾਰ ਨਹੀਂ ਜਾਣਿਆ ਜਾ ਸਕਦਾ। ਇਹ ਵੀ ਤੇ ਤੁਹਾਡੀ ਬਣਾਈ ਮਾਇਆ, ਤੁਹਾਡੇ ਬਣਾਏ ਜੀਵ ਹਨ। ਪਰ ਹੈਰਾਨ ਹਾਂ, ਸੁਣਿਆ ਨਹੀਂ ਕਦੇ ਏਡਾ ਵਿਸ਼ਾਲ ਮੱਛ ਹੁੰਦਾ ਹੈ, ਵੇਖਿਆ ਨਹੀਂ ਕਦੇ ਏਡਾ ਵੱਡਾ ਮੱਛ ਹੋਵੇ। ਪਰ ਸਤਿਗੁਰੂ ਜੀ ਕੋਈ ਤੇ ਕਾਰਨ ਹੋਣਾ, ਇਹ ਜਿਹੜਾ ਸਮੁੰਦਰ ਦੇ ਵਿੱਚ ਇਕੱਲਾ ਹੀ ਤੁਰਿਆ ਫਿਰਦਾ ਹੈ। ਇਹਦਾ ਸੰਗ ਸਾਥੀ ਕੋਈ ਹੋਵੇ, ਪਰਿਵਾਰ ਹੋਏਗਾ, ਇਹਦੀ ਚਮੜੀ ਝੜੀ ਪਈ ਹੈ, ਸਰੀਰ ਏਦਾਂ ਲੱਗਦਾ ਜਿਵੇਂ ਕਿਸੇ ਬੰਜਰ ਧਰਤੀ ਤੇ ਫਿਰਦੇ ਹੋਈਏ। ਸਤਿਗੁਰੂ ਐਸਾ ਕੀ ਕਾਰਨ ਹੈ? ਆਪਾਂ ਇੱਥੇ ਚੱਲ ਕੇ ਕਿਉਂ ਆਏ ਆ? ਦੋਹਰ ਭੈ ਕਰ ਔਰ ਬਿਸਮਾਦਿਓ, ਅਸ ਬਿਦ ਵਚਨ ਆਲਾਏ। ਸ੍ਰੀ ਗੁਰ ਤੁਮਰੀ ਕੁਦਰਤਾਂ, ਤੁਮ ਹੀ ਕੋ ਬਣ ਆਏ। ਆਖਰਕਾਰ ਇੱਕੋ ਗੱਲ ਆਖੀ, ਕਹਿੰਦੇ ਮਰਦ ਤੁਹਾਡੀ ਉਪਮਾ ਤੁਹਾਨੂੰ ਬਣ ਆਵੇ, ਤੁਹਾਡੀਆਂ ਕੁਦਰਤਾਂ ਨੂੰ ਤੁਸੀਂ ਜਾਣੋ, ਸਾਡੀ ਤੇ ਸੋਚ ਥੋੜੀ ਬਰੇ ਹੈ। ਦੁਨੀਆ ਦੇ ਵਿੱਚ ਅੱਜ ਸਾਨੂੰ ਕੋਈ ਕਹਿ ਦੇ ਵੀ ਸੂਈ ਦੇ ਨੱਕੇ ਵਿੱਚੋਂ ਊਠ ਲੰਘ ਸਕਦਾ, ਮੰਨਾਂਗੇ ਜੀ? ਨਹੀਂ, ਨਹੀਂ ਮੰਨ ਸਕਦੇ ਨਾ। ਪਰ ਇਹੀ ਮੁਹੰਮਦ ਸਾਹਿਬ ਨੂੰ ਕਿਸੇ ਨੇ ਪੁੱਛਿਆ, ਕਹਿੰਦੇ ਭਾਈ ਜੇ ਤੁਹਾਨੂੰ ਕੋਈ ਸਵਾਲ ਕਰੇ ਸੂਈ ਦੇ ਨੱਕੇ ਵਿੱਚੋਂ ਊਠ ਲੰਘ ਜੂ, ਕਹਿੰਦੇ ਮੈਂ ਮੰਨਦਾ ਲੰਘ ਜੂ। ਕਿਵੇਂ? ਕਹਿੰਦੇ ਮੇਰਾ ਖੁਦਾ, ਮੇਰਾ ਅੱਲਾ, ਮੇਰਾ ਰੱਬ ਚਾਹੇ ਸੂਈ ਦੇ ਨੱਕੇ 'ਚ ਊਠ ਤੇ ਛੱਡ ਹਾਥੀ ਲਗਾ ਦੂਗਾ। ਕੋ ਸਤਨਾਮ। ਉਹਦੇ ਲਈ ਕੀ ਹੈ? ਜੋ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਹੈ, ਜਿਹਦੇ ਬਣਾਏ ਮਨੁੱਖਾਂ ਦੇ ਕਦੇ ਹੱਥਾਂ ਦੇ ਫਿੰਗਰ ਪ੍ਰਿੰਟ ਨਹੀਂ ਮਿਲਦੇ, ਅੱਖਾਂ ਦਾ ਰੈਟਿਨਾ ਨਹੀਂ ਮਿਲਦਾ, ਬਲੱਡ ਨਹੀਂ ਛੇਤੀ ਮਿਲਦਾ, ਤੇ ਅਸੀਂ ਉਸ ਪਰਮਾਤਮਾ ਨੂੰ ਐਵੇਂ ਸਮਝੀ ਕਰਦੇ ਹਾਂ ਉਹ ਸ੍ਰਿਸ਼ਟੀ ਦਾ ਮਾਲਕ ਹੈ, ਪਾਰ ਬ੍ਰਹਮ ਕਰਤਾ ਅਵਨਾਸ਼ੀ, ਨਾਸ਼ ਤੋਂ ਰਹਿਤ। ਭਾਈ ਬਾਲਾ, ਭਾਈ ਮਰਦਾਨਾ ਕਹਿੰਦੇ ਮਹਾਰਾਜ ਸਾਡੀ ਸੋਚ, ਸਾਡੀ ਸਮਝ, ਸਾਡੇ ਖਿਆਲਾਂ ਤੋਂ ਆਪ ਜੀ ਪਰੇ ਹੋ। ਸੋ ਪਏ ਜਾਂ ਮਨ ਬਸੇ ਭਈ ਭੁਨਿਓ ਪੋਰਾ, ਬਚਦੇ ਛੁੱਟ ਪਲਟੀ ਔਰ। ਇੰਨੇ ਬਚਨ ਸਤਿਗੁਰ ਕਹਿੰਦੇ ਸੀ। ਕਹਿੰਦਿਆਂ ਗੁਰੂ ਬਾਬਾ ਜੀ ਨੇ ਆਪਣਾ ਸੋਟਾ ਉਹਦੇ ਸਿਰ ਤੇ ਮਾਰਿਆ। ਕਹਿੰਦੇ ਇੱਕਦਮ ਮੱਚ ਸ਼ਾਂਤ ਹੋ ਗਈ, ਸਰੀਰ ਛੱਡ ਦਿੱਤਾ, ਰੂਹ ਨਿਕਲ ਗਈ। ਹੁਣ ਉਹ ਰੂਹ ਨਿਕਲੀ ਹੋਈ ਸੂਖਸ਼ਮ ਸਰੀਰ ਸਾਹਮਣੇ ਆਣ ਖੜਾ ਹੋਇਆ, ਕਿਉਂਕਿ ਭਾਈ ਬਾਲੇ ਤੇ ਮਰਦਾਨੇ ਦੇ ਮਨ ਵਿੱਚ ਆਉਂਦਾ ਹੈ ਕਿ ਹੈ ਕੌਣ ਹੈ, ਕੌਣ ਹੈ ਜੋ ਸਾਡੇ ਸਾਹਮਣੇ ਆ ਕੇ ਖੜਿਆ ਹੋਇਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆਂ ਤੂੰ ਆਪ ਹੀ ਪੁੱਛਣਾ, ਆਪ ਹੀ ਗੱਲਬਾਤ ਕਰ ਲੈ। ਉਸਤਤ ਕਹਿਤ ਕਰੀ ਪਦ ਬੰਦਨ, ਚੰਦਾ ਨੰਦ ਤਨ ਦੋਂਦਨ ਕੰਦਨ। ਗੁਰੂ ਬਾਬਾ ਜੀ ਨੂੰ ਕਹਿੰਦੇ ਉਸ ਸੂਖਸ਼ਮ ਰੂਹ ਨੇ ਨਮਸਕਾਰ ਕੀਤੀ, ਮੱਥਾ ਟੇਕਿਆ, ਬਹੁਤ ਸੁੰਦਰ ਵਸਤਰ ਪਾਏ, ਅਲੀਸ਼ਾਨ, ਪਰ ਚਿਹਰਾ ਦਗਦਗ ਕਰਦਾ ਹੈ, ਚਿਹਰੇ ਤੇ ਰੌਣਕ ਹੈ। ਸਤਿਗੁਰਾਂ ਨੂੰ ਮੱਥਾ ਟੇਕ ਸਾਹਮਣੇ ਖੜਾ ਹੋ ਗਿਆ। ਮਰਦ ਕਹਿੰਦੇ ਭਾਈ ਤੂੰ ਦੱਸ ਕੌਣ ਹੈ, ਕਿਉਂਕਿ ਭਾਈ ਬਾਲਾ ਤੇ ਭਾਈ ਮਰਦਾਨਾ ਪੁੱਛਣਾ ਚਾਹੁੰਦੇ ਸੀ ਮੱਝ ਕੌਣ ਹੈ ਇਹ, ਜਿਹਦਾ ਐਡਾ ਵੱਡਾ ਆਕਾਰ, ਐਡਾ ਵੱਡਾ ਸਰੀਰ। ਤੇ ਦੂਜੀ ਗੱਲ, ਜਿਹਦੇ ਸਰੀਰ ਉੱਤੇ ਸਤਿਗੁਰ ਤੁਰੇ ਜਾਂਦੇ, ਗੁਰੂ ਦਾ ਚਰਨ ਤੇ ਕਿਸੇ ਨੂੰ ਲੱਗਦੇ, ਉਹ ਤੇ ਕੰਚਨ ਬਣ ਜਾਂਦਾ ਹੈ। ਸਤਿਗੁਰਾਂ ਦਾ ਚਰਨ ਜਿਹਨੂੰ ਛੋਹੇ ਉਹ ਤੇ ਭਾਗਾਂ ਵਾਲੀ ਧਰਤੀ ਹੁੰਦੀ ਹੈ, ਜਿਹਦੀ ਸਰੀਰ ਉੱਤੇ, ਜਿਹਦੀ ਪਿੱਠ ਉੱਤੇ ਸਤਿਗੁਰ ਆਪ ਤੁਰੇ ਜਾ ਰਹੇ ਨੇ। ਕੋਈ ਆਪ ਤੇ ਕੋਈ ਤੇ ਤਪੱਸਿਆ ਬੰਦਗੀ ਉਹਨੇ ਕੀਤੀ ਹੋਣੀ ਹੈ। ਸ੍ਰੀ ਪਰਮਾਤਮ ਦੇਵਨ ਦੇਵੰ, ਲੱਖ ਨ ਸਕੈ ਕੋ ਰਾਵਰ ਭੇਵੰ। ਫਿਰ ਭਾਈ ਬਾਲਾ ਜੀ ਦੇ ਜਦੋਂ ਇਹ ਰੂਪ ਵੇਖਿਆ ਨਾ, ਸਮਝ ਗਏ ਸਤਿਗੁਰਾਂ ਦੀਆਂ ਬਾਤਾਂ। ਕਹਿੰਦੇ ਮਹਾਰਾਜ ਅਸੀਂ ਤੁਹਾਡਾ ਭੇਦ ਨਹੀਂ ਜਾਣ ਸਕਦੇ,
ਕਦੇ ਕਦੇ ਸਾਨੂੰ ਵੈਸੇ ਭਰਮ ਹੋ ਜਾਂਦਾ, ਤੁਸੀਂ ਸਾਡੇ ਮਿੱਤਰ, ਤੁਸੀਂ ਸਾਡੇ ਨਗਰ ਦੇ ਹੋ, ਅਸੀਂ ਤੁਹਾਨੂੰ ਗੁਰੂ ਮੰਨਿਆ ਹੋਇਆ ਹੈ, ਪਰ ਸਤਿਗੁਰੂ ਜਦੋਂ ਤੁਹਾਡੀ ਲੀਲਾ ਵੇਖਦੇ ਆ, ਚੋਰ ਵੇਖਦੇ ਆ ਨਾ, ਅਚਰਜ ਹੋ ਜਾਂਦਾ। ਤੂੰ ਬੇਅੰਤ ਕੋਈ ਵਿਰਲਾ ਜਾਣੇ, ਕੋਈ ਵਿਰਲਾ ਹੀ ਜਾਣਦਾ ਤੂੰ ਕਿੰਨਾ ਕੁ ਵੱਡਾ, ਉਹਨੂੰ ਵੱਡਾ ਕਿੰਨਾ ਕੁ ਕਹਿ ਦਈਏ, ਉਹ ਤੇ ਕਹਿਣ ਤੋਂ ਵੀ ਪਰੇ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ, ਕਹਿੰਦੇ ਬਾਲਿਆ ਇਹ ਸਭ ਰੰਗ ਕਰਤਾਰ ਦੇ, ਅਸੀਂ ਕੁਝ ਕਰਨ ਵਾਲੇ ਨਹੀਂ ਹਾਂ। ਇਹ ਬਿਲੋਕ ਬਿਧੀ ਕੁਲ ਕੀਤਾ, ਬੋਲੇ ਬਚਨ ਬੂਝਨੇ ਹੇਤਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫੇਰ ਦੂਜੀ ਵਾਰ ਆਖਿਆ ਸਰੂਰ ਨੂੰ, ਕਹਿੰਦੇ ਭਾਈ ਮੇਰੇ ਇਹਨਾਂ ਸਾਥੀਆਂ ਨੂੰ ਦੱਸ ਤੂੰ ਕਿੱਥੋਂ ਆਇਆ, ਦੱਸ ਦੇ ਨਾ। ਜਦੋਂ ਕਹਿੰਦੇ ਬਚਨ ਸੁਣੇ ਨਾ, ਉਹਦੀਆਂ ਅੱਖਾਂ ਚੋਂ ਛਮ ਛਮ ਨੀਰ ਹੰਝੂ ਆ ਗਏ, ਕੰਬਦਾ ਸਰੀਰ। ਪਹਿਲਾ ਸਤਿਗੁਰਾਂ ਨੂੰ ਉਹਨੇ ਮੱਥਾ ਟੇਕਿਆ ਏ, ਕੌਣ ਆਹੈ ਤੂੰ ਕਹੋਂ ਬਜਾਏ, ਕੈਸੇ ਮੱਛ ਦੇ ਵੜ ਪਾਏ। ਫਿਰ ਭਾਈ ਮਰਦਾਨਾ ਜੀ ਪੁੱਛਦੇ, ਕਹਿੰਦੇ ਭਾਈ ਤੂੰ ਕੌਣ ਹੈ, ਤੈਨੂੰ ਇਹ ਸਰੀਰ ਕਿਵੇਂ ਮਿਲ ਗਿਆ, ਤੂੰ ਸਾਨੂੰ ਇਹ ਗੱਲ ਦੱਸ ਵੀ ਮੱਛ ਦੇ ਰੂਪ ਵਿੱਚ ਤੂੰ ਕਿਵੇਂ ਆ ਗਿਆ, ਤੈਨੂੰ ਇਹ ਟੇਢੀ ਜੂਨ ਪ੍ਰਾਪਤ ਕਿਵੇਂ ਹੋਈ, ਉਹ ਵੀ ਐਡਾ ਵਿਸ਼ਾਲ। ਕਿਉਂਕਿ ਜਿੰਨੀ ਉਮਰ ਵੱਡੀ ਹੋਊਗੀ, ਜਿੰਨਾ ਸਰੀਰ ਵੱਡਾ ਹੋਏਗਾ, ਉਹਦਾ ਦੁੱਖਦਾਈ ਹੈ। ਸੱਪ ਦੀ ਜਿੰਨੀ ਉਮਰ ਲੰਬੀ ਹੋਊ, ਜਿੰਨਾ ਉਹਦਾ ਸਰੀਰ ਲੰਬਾ ਹੋਏਗਾ, ਉਹ ਉਹਨਾਂ ਵੱਧ ਦੁਖੀ ਆ। ਕਾਂ ਦੀ ਜਿੰਨੀ ਲੰਬੀ ਉਮਰ ਹੋਏਗੀ, ਜਿੰਨਾ ਬੁੱਢਾ ਸਰੀਰ ਹੋਏਗਾ, ਉਹਨਾਂ ਦੁਖੀ ਹੈ, ਭਾਵੇਂ ਬਾਝ ਹੋਵੇ ਭਾਵੇਂ ਮਨੁੱਖ ਹੋਵੇ। ਜਿੰਨੀ ਜਿੰਨੀ ਲੰਬੀ ਆਰਜੂ ਹੁੰਦੀ ਜਾਏਗੀ, ਉਹਨੇ ਦੁੱਖ ਰੋਗ ਵਧਦੇ ਜਾਣਗੇ। ਜਦੋਂ ਭਾਈ ਮਰਦਾਨਾ ਜੀ ਨੇ ਆਪ ਪੁੱਛਿਆ ਨਾ ਸਾਹਮਣੇ ਖੜ ਕੇ, ਉਹਨੇ ਹੱਥ ਜੋੜੇ, ਕਹਿੰਦਾ ਮਰਦਾਨਿਆ ਤੂੰ ਤਾਂ ਹੈ, ਤੇਰੀ ਜਨਮਾਂ ਜਨਮਾਂ ਦੀ ਤਪੱਸਿਆ, ਤੇਰੀ ਜਨਮਾਂ ਜਨਮਾਂ ਦੀ ਬੰਦਗੀ ਹੈ, ਤੇਰਾ ਦੇਣ ਨਹੀਂ ਕੋਈ ਦੇ ਸਕਦਾ। ਕਿੱਡੇ ਵੱਡੇ ਭਾਗ ਜੋ ਰੱਬ ਦੇ ਨਾਲ ਤੁਰਿਆ ਫਿਰਦਾ, ਆਖੋ ਸਤਿਨਾਮ। ਕਿਉਂਕਿ ਭਾਈ ਮਰਦਾਨਾ ਇੱਕ ਖਿਆਲ ਕਰੀ ਫਿਰਦਾ ਸੀ, ਮੈਂ ਤੇ ਕਿੱਥੇ ਤੁਰਿਆ ਫਿਰਦਾ ਇਹਨਾਂ ਨਾਲ, ਇਹ ਆਪ ਛਕਦੇ ਨਹੀਂ ਤੇ ਮੈਨੂੰ ਛਕਾਉਂਦੇ ਨਹੀਂ, ਖਿਆਲ ਆਉਂਦਾ ਸੀ ਨਾ ਕਿਤੇ। ਪਰ ਉਸ ਰੂਹ ਨੇ ਆਖਿਆ, ਤੇਰੇ ਤੇ ਮੈਂ ਚਰਨਾਂ ਦੀ ਧੂੜ ਵੀ ਚੱਟ ਲਵਾਂ ਤੇ ਥੋੜੀ ਹੈ, ਕਿੱਡੇ ਕਰਮ ਤੇਰੇ ਹੋਣਗੇ ਮਹਾਨ ਮਹਾਂਪੁਰਖਾ, ਤੂੰ ਤੇ ਰੱਬ ਨਾਲ ਤੁਰਿਆ ਫਿਰਦਾ ਹੈ, ਰੱਬ ਦਾ ਸਾਥੀ ਬਣਿਆ ਏ। ਇਹ ਤਜ ਧਾਰਿਓ ਦੇਹ ਨਵੀਨਾ, ਪਟ ਭੂਖਣ ਸੁਠ ਪਹਿਰ ਪਰਬੀਨਾ। ਤੇ ਫਿਰ ਰੂਹ ਆਖਣ ਲੱਗੀ, ਅੱਜ ਮੈਂ ਆਪਣਾ ਅਸਲੀ ਚੋਲਾ ਪਾਇਆ। ਬੜਾ ਦੁਖੀ ਸੀ ਮੈਂ, ਆ ਸਰੀਰ ਆ ਜਿਸਮ ਮੇਰਾ ਮੈਨੂੰ ਤੜਫਾਉਂਦਾ ਰਿਹਾ, ਮੈਨੂੰ ਦੁੱਖ ਦਿੰਦਾ ਰਿਹਾ। ਮੈਂ ਨਿਤ ਚੇਤੇ ਕਰਤਾਰ ਨੂੰ ਕਰਦਾ ਸੀ, ਰੱਬਾ ਕਦੇ ਤੇ ਲੋੜ ਜਾ, ਕਦੇ ਤੇ ਆ ਜਾ, ਮੇਰੇ ਦੁੱਖਾਂ ਨੂੰ ਕੱਟ ਦਿਓ। ਬੋਲਿਓ ਤਬੇ ਸੁਣੋ ਭਗਵੰਤਾ, ਤੁਮ ਜਾਣਤ ਸਭ ਬਿਦ ਬਿਰਤੰਤਾ। ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਆ ਕੇ ਰੂਹ ਕਹਿੰਦੀ, ਮਹਾਰਾਜ ਤੁਸੀਂ ਜਾਣਦੇ ਤੇ ਸਾਰਾ ਕੁਝ ਹੋ, ਅੰਤਰਜਾਮੀ ਹੋ, ਪਰ ਜੇ ਫਿਰ ਵੀ ਆਪ ਜੀ ਦਾ ਹੁਕਮ ਆ ਨਾ, ਤੇ ਮੈਂ ਹੁਕਮ ਨਹੀਂ ਬੋਲ ਸਕਦਾ। ਮਹਾਰਾਜ ਸਤਿਯੁਗ ਦੇ ਸਮੇਂ ਵਿੱਚ ਮੈਂ ਮਨੁੱਖਾ ਸਰੀਰ ਵਿੱਚ ਸੀ, ਮੈਂ ਬੜੇ ਚੰਗੇ ਕਰਮ ਕੀਤੇ, ਤਪ ਦਾਨ ਪੁੰਨ ਪੂਜਾ, ਕਿਉਂਕਿ ਸਤਿਯੁਗ ਦਾ ਨੇਮ ਸੀ। ਕਲਯੁਗ ਦੇ ਵਿੱਚ ਇੱਕ ਨਾਮ ਦੀ ਮਹਿਮਾ, ਪਰ ਉਹਨਾਂ ਸਮਿਆਂ ਵਿੱਚ ਨਾਮ ਨਹੀਂ, ਜਪ ਤਪ ਸੰਜਮ, ਇਹਨਾਂ ਚੀਜ਼ਾਂ ਦਾ ਬੜਾ ਬੋਲਬਾਲਾ ਸੀ ਸਤਿਯੁਗ ਦੁਆਪਰ ਤੇ ਤ੍ਰੇਤੇ ਚ। ਕਹਿੰਦੇ ਜੀ ਮੈਂ ਧਰਮ ਦੇ ਬਹੁਤ ਕਰਮ ਕੀਤੇ, ਮੈਂ ਸਾਰੀ ਜ਼ਿੰਦਗੀ ਧਰਮ ਕਮਾਇਆ, ਕਦੇ ਕੋਈ ਐਬ ਰੱਖਿਆ ਹੀ ਨਾ। ਪਰ ਸੁਨਾਵਣ ਕੇ ਹਿਤ ਗਾਥਾ, ਮੋਰ ਸਾਥ ਬੂਝੋ ਜਗਨਾਥਾ। ਪਰ ਸਤਿਗੁਰੂ ਜੀ ਜੋ ਜੋ ਆਪ ਪੁੱਛਦੇ ਰਹੋਗੇ ਮੈਂ ਸੱਚ ਦੱਸਾਂਗਾ। ਮੈਨੂੰ ਆਪਣੀ ਭਗਤੀ, ਮੈਨੂੰ ਆਪਣੀ ਤਪੱਸਿਆ, ਮੈਨੂੰ ਆਪਣੀ ਸੇਵਾ ਦਾ ਮਾਣ ਹੋ ਗਿਆ, ਹੰਕਾਰ ਹੋਣ ਲੱਗ ਗਿਆ। ਮੈਨੂੰ ਲੱਗਿਆ ਕਰੇ ਮੇਰੀ ਤਪੱਸਿਆ ਬਹੁਤ ਹੈ, ਮੇਰਾ ਤਪ ਬਹੁਤ ਵੱਡਾ ਹੈ, ਮੈਂ ਇੱਕ ਭੱਦਰ ਪੁਰਸ਼ ਹਾਂ, ਮੈਂ ਇੱਕ ਮਹਾਨ ਵਿਅਕਤੀ ਹੋ ਗਿਆ। ਕਹਿੰਦੇ ਮਹਾਨਤਾ ਦਾ ਮਾਣ ਮੇਰੇ ਚ ਆਉਣ ਲੱਗ ਪਿਆ। ਤੇ ਜਦੋਂ ਬੰਦਾ ਆਪਣੇ ਆਪ ਨੂੰ ਖਾਸ ਸਮਝਣ ਲੱਗ ਜਾਂਦਾ ਨਾ, ਇਹਦਾ ਮਤਲਬ ਉਹ ਦੂਜਿਆਂ ਨੂੰ ਆਮ ਸਮਝਦਾ ਹੈ। ਜਿੱਦਣ ਆਮ ਤੇ ਖਾਸ ਦੀ ਗੱਲ ਆ ਗਈ, ਉਹ ਰੱਬ ਤੋਂ ਕੋਹਾਂ ਦੂਰ ਹੋ ਗਿਆ। ਗੁਰੂ ਨਾਨਕ ਸਾਹਿਬ ਨੇ ਤੇ ਕਿਹਾ ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਮਾਨਸ ਕੀ ਜਾਤ ਸਭ ਇੱਕੋ ਪਹਿਚਾਨ, ਸਭ ਇੱਕ ਬਰਾਬਰ ਨੇ, ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ। ਪਰ ਜੇ ਬੰਦੇ ਨੂੰ ਧਰਮ ਦੀ ਦੁਨੀਆ ਵਿੱਚ ਆ ਕੇ ਲੱਗਣ ਲੱਗ ਜੇ ਵੀ ਅਸੀਂ ਖਾਸ ਹਾਂ, ਅਸੀਂ ਮਹਾਨ ਹਾਂ, ਕਹਿੰਦੇ ਇਹ ਉਹਦੇ ਪਾਪ ਦੀ ਦੁਨੀਆ ਦੀ ਸ਼ੁਰੂਆਤ ਹੈ। ਪਖੰਡ ਹੋ ਜਾਂਦਾ ਉਹ। ਜਦੋਂ ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਦੇ ਸਾਹਮਣੇ ਆਖਿਆ, ਕਹਿੰਦੇ ਮਹਾਰਾਜ ਮੈਨੂੰ ਮਾਣ ਹੋਵੇ
ਮੈਨੂੰ ਲੱਗਿਆ ਕਰੇ ਮੇਰੇ ਵਰਗੀ ਤਪੱਸਿਆ ਕੋਈ ਨਹੀਂ ਕਰ ਸਕਦਾ, ਮੇਰੀਆਂ 21 ਕੁਲਾਂ ਤਰ ਜਾਣਗੀਆਂ। ਮੈਂ ਸਿੱਧੇ ਮੂੰਹ ਕਿਸੇ ਨਾਲ ਗੱਲ ਨਹੀਂ ਸੀ ਕਰਦਾ, ਕਿਉਂਕਿ ਮੈਨੂੰ ਅਹਿਸਾਸ ਹੋਣ ਲੱਗ ਗਿਆ ਧਰਮ ਦੀ ਦੁਨੀਆ ਦੇ ਵਿੱਚ ਵੀ ਮੇਰੀ ਤਪੱਸਿਆ ਜ਼ਿਆਦੇ ਹੈ, ਮੇਰੀ ਬੰਦਗੀ ਜ਼ਿਆਦੇ ਹੈ, ਮੇਰਾ ਇਸ ਸਤਿਯੁਗ ਵਿੱਚ ਜੰਮਣਾ ਹੀ ਬੜੀ ਵੱਡੀ ਗੱਲ ਹੈ। ਇਸ ਯੁੱਗ 'ਚ ਜਨਮ ਕਿਹਨੂੰ ਮਿਲਦਾ ਹੈ? ਕਹਿੰਦੇ ਮੈਂ ਆਪਣੇ ਸਾਥੀਆਂ ਨੂੰ ਬੁਲਾਉਣਾ ਛੱਡ ਦਿੱਤਾ, ਆਪਣੇ ਤੋਂ ਛੋਟਿਆਂ ਨੂੰ ਪਿਆਰ ਕਰਨਾ ਛੱਡ ਦਿੱਤਾ, ਚੁੱਪ ਚੁੱਪ ਰਹਿਣ ਲੱਗ ਗਿਆ। ਸਭ ਮੇਰੀ ਇੱਜ਼ਤ ਕਰਦੇ ਆ, ਪਰ ਮੈਂ ਕਿਸੇ ਨੂੰ ਇੱਜ਼ਤ ਨਾਲ ਬੁਲਾਉਂਦਾ ਨਹੀਂ। ਤ੍ਰੇਤੇ ਜੁਗ ਭਾਜਨ ਕਬ ਦੇਹੀ, ਤੇ ਸੇਵਕ ਹੋ ਸੇਵ ਕਰੇਹੀ। ਕਹਿੰਦੇ ਸਤਿਯੁਗ ਤੋਂ ਲੈ ਕੇ ਦੁਆਪਰ ਚੱਲਦਾ ਰਿਹਾ, ਦੁਆਪਰ ਤੋਂ ਬਾਅਦ ਤ੍ਰੇਤਾ ਆ ਗਿਆ। ਹੁਣ ਮੇਰੀ ਉਮਰ ਭਗਤੀ ਕਰਕੇ ਵੱਡੀ ਸੀ, ਜਿਵੇਂ ਜੋਗੀ ਸਿੱਧਾਂ ਦੀਆਂ ਉਮਰਾਂ ਵੱਡੀਆਂ ਨੇ। ਕਹਿੰਦੀ ਉਦੋਂ ਰਾਜਾ ਜਨਕ ਹੋਇਆ, ਤੇ ਰਾਜੇ ਜਨਕ ਦੇ ਕੋਲ ਮੈਂ ਇੱਕ ਦਿਨ ਮਿਲਣ ਆ ਗਿਆ। ਮੈਂ ਕਿਹਾ ਚੱਲ ਚੱਲੀਏ, ਬੜੀ ਮਹਿਮਾ ਸੁਣੀ ਆ, ਬੜਾ ਭਗਤੀ ਵਾਲਾ ਬੰਦਾ, ਬਾਣੀ ਲਿਖਦੀ ਹੈ ਧੰਨ ਧੰਨ ਰਾਜਾ ਜਨਕ ਹੈ, ਜਿਨ ਸਿਮਰਨ ਕੀਓ ਵਿਵੇਕ, ਏਕ ਘੜੀ ਕੇ ਸਿਮਰਨੇ ਪਾਪੀ ਧਰਿਓ। ਕਹਿੰਦੇ ਲੱਖਾਂ ਤਾਰ ਦਿੱਤੇ ਇੱਕ ਘੜੀ ਦੇ ਸਿਮਰਨ ਨੇ। ਮੈਂ ਕਿਹਾ ਚੱਲ ਆਪਾਂ ਮਿਲੇ ਆਉਂਦੇ, ਦਰਸ਼ਨ ਕਰ ਆਉਂਦੇ, ਸਾਧੂ ਬੰਦੇ ਆ, ਰੱਬ ਦੇ ਪਿਆਰੇ ਆ, ਨਿਤ ਬੰਦਗੀ ਕਰਦੇ ਨੇ। ਇੱਕ ਦਿਨ ਕਾਜ ਕਰਨ ਕੁਛ ਭਾਖਾ, ਕੀਨ ਤਬੈ ਮੈਂ ਜਿਸਿਉ ਰਾਖਾ। ਹੁਣ ਜਨਕ ਨੂੰ ਮੈਂ ਆਪਣਾ ਗੁਰੂ ਧਾਰਨ ਕਰ ਲਿਆ, ਰਾਜੇ ਜਨਕ ਨੂੰ, ਕਿਉਂਕਿ ਦੁਨੀਆ ਉਹਨਾਂ ਨੂੰ ਗੁਰੂ ਮੰਨਦੀ ਸੀ। ਉਹ ਭਗਤੀ ਵਾਲੀ ਰੂਹ ਸੀ, ਰਾਜ ਭਾਗ ਦੇ ਵਿੱਚ ਵੀ ਉਹ ਅੰਦਰੋਂ ਉਦਾਸ ਰਹਿੰਦੀ ਸੀ, ਉਪਰਾਂ ਮਾਣ ਨਹੀਂ ਸੀ ਕੋਈ, ਨਿਮਰਤਾ ਦੀ ਰੂਹ ਸੀ। ਮੈਂ ਗੁਰੂ ਧਾਰਨ ਕੀਤਾ, ਉਹਨਾਂ ਦੀ ਸੰਗਤ 'ਚ ਰਹਿਣ ਲੱਗ ਪਿਆ। ਕਹਿੰਦੇ ਵਕਤ ਬਤੀਤ ਹੁੰਦਾ ਗਿਆ, ਜਨਕ ਰਾਜ ਮੈਨੂੰ ਪਰਖਦੇ ਰਹਿੰਦੇ ਸੀ। ਕਹਿੰਦੇ ਮੈਂ ਤਪੱਸਿਆ ਬਹੁਤ ਵਧਾ ਲਈ ਆਪਣੀ, ਤਪ ਬੜਾ, ਉਹ ਮੇਰੀ ਸਿਫਤ ਕਰਿਆ ਕਰਨ, ਮੈਨੂੰ ਚੰਗਾ ਲੱਗਿਆ। ਇੱਕ ਦਿਨ ਰਾਜਾ ਜਨਕ ਜੀ ਨੇ ਸੁਭਾਵਕ ਸੰਗਤ ਵਿੱਚ ਬੈਠਿਆਂ ਮੈਨੂੰ ਕੰਮ ਕਹਿਦਾ, ਪਰ ਮੈਨੂੰ ਹੁਣ ਆਦਤ ਪਈ ਸੀ ਲੋਕਾਂ ਤੋਂ ਮੱਥੇ ਟਿਕਾਉਣ ਦੀ, ਸਿਫਤਾਂ ਕਰਾਉਣ ਦੀ, ਮਹਾਨ ਕਹਾਉਣ ਦੀ। ਸੱਚੀ ਗੱਲ ਆ ਜੀ, ਜਿਹੜਾ ਬੰਦਾ ਦੂਜੇ ਨੂੰ ਕਹਿੰਦਾ ਨਾ ਮੈਨੂੰ ਪਾਣੀ ਲਿਆ ਕੇ ਦਿਓ, ਕਦੇ ਪਾਣੀ ਪਿਲਾ ਨਹੀਂ ਸਕਦਾ। ਜੋ ਬੰਦਾ ਆਪਣੀ ਰੋਟੀ ਪਾ ਕੇ ਆਪ ਨਹੀਂ ਖਾ ਸਕਦਾ ਤੇ ਕਿਸੇ ਨੂੰ ਰੋਟੀ ਖਵਾ ਦਊ। ਅੱਜ ਸਾਡੇ ਧੀ ਪੁੱਤ ਇਹੀ ਰਾਹ ਤੇ ਤੁਰੇ ਜਾਂਦੇ ਆ, ਮਾਂ ਬਾਪ ਬਜ਼ੁਰਗ ਹੋ ਗਏ, ਮਾਂ ਰੋਟੀ ਪਾ ਕੇ ਦੇ ਰਹੀ, ਪੁੱਤ ਬੈੱਡ ਤੇ ਬੈਠਾ, ਟੇਬਲ ਤੇ ਬੈਠਾ, ਤੇ ਕੀ ਆਸ ਰੱਖਦੇ ਹੋ ਵੀ ਉਹ ਪੁੱਤ ਤੁਹਾਨੂੰ ਰੋਟੀ ਪਾ ਕੇ ਦੇਵੇਗਾ ਵਿਆਹ ਤੋਂ ਬਾਅਦ? ਹੈ ਕੋਈ ਆਸ? ਨਹੀਂ। ਜਿਹਨੇ ਆਪਣੇ ਹੱਥੀਂ ਕੰਮ ਨਹੀਂ ਕੀਤਾ, ਜਿਹਨੂੰ ਹੱਥੀਂ ਤੁਸੀਂ ਕਰਨ ਨਹੀਂ ਦਿੱਤਾ, ਤੇ ਕੀ ਆਸਾਂ ਰੱਖਦੇ ਹੋ ਤੁਹਾਡਾ ਕੁਝ ਸਵਾਰੇਗਾ? ਜਿਹਨੇ ਦੁੱਖ ਦੇਖੇ ਆ, ਜਿਹਨੇ ਭੁੱਖ ਦੇਖੀ, ਮਾਪਿਆਂ ਨੂੰ ਭੁੱਖਿਆਂ ਸੌਣ ਨਹੀਂ ਦਿੰਦਾ। ਕਹਿੰਦੇ ਜੀ ਮੈਂ ਆਪਣੇ ਘਰੋਂ ਵੀ ਸੁਖੀ ਸੀ, ਧਰਮ ਨਾਲ ਮੈਂ ਜੁੜਿਆ ਹੋਇਆ, ਤਪ ਤਪੱਸਿਆ ਬੜੀ ਕਰਦਾ ਸੀ। ਮੈਨੂੰ ਰਾਜੇ ਜਨਕ ਨੇ ਕੰਮ ਕਹਿਤਾ, ਮੈਨੂੰ ਚੜ੍ਹ ਗਈ ਖੇਡ। ਮੈਨੂੰ ਕਿਵੇਂ ਕੰਮ ਕਹਿਤਾ? ਮੈਂ ਤੇ ਮਹਾਨ, ਇੱਕ ਹਉਮੈ ਸੀ ਵੀ ਮੈਂ ਮਹਾਨ। ਤੇ ਜਦੋਂ ਨਾਮ ਜਪਣ ਵਾਲੀ ਰੂਹ ਹੁੰਦੀ, ਕੋਈ ਗੁਰੂ ਨਾਲ ਜੁੜ ਜਾਂਦਾ, ਉਹ ਤੇ ਕਹਿੰਦਾ ਬਾਈ ਅਸੀਂ ਦਾਸਾਂ ਦੇ ਦਾਸ, ਅਸੀਂ ਤੇ ਨੌਕਰਾਂ ਚਾਕਰਾਂ, ਬੋਲਿਆ ਗੁਰੂ ਕਰਦੇ, ਨਿਮਰਤਾ ਹੀ ਨਹੀਂ। ਪਰ ਕਹਿੰਦੇ ਮੇਰੇ ਅੰਦਰ ਮਾਣ ਸੀ। ਜਦੋਂ ਰਾਜੇ ਜਨਕ ਨੇ ਮੈਨੂੰ ਕੰਮ ਆਖਿਆ, ਮੈਂ ਇੱਧਰੋਂ ਸੁਣਿਆ, ਇੱਧਰ ਲਿਖਣ ਨੂੰ ਵੜਦਾ, ਕਿਸੇ ਹੋਰ ਨੂੰ ਕਹਿ ਵੀ ਸੁਣ ਕੇ ਹੀ ਅਣਸੁਣਿਆ ਕਰ ਦਿੱਤਾ। ਜਨਕ ਜਾਨ ਮਨ ਬਚਨ ਬਖਾਨਾ, ਤਰਫ ਮੀਨ ਜਿਉ ਕਾਜ ਕਰਾਨਾ। ਪਹਿਲੀ ਵਾਰ ਤੇ ਕਹਿੰਦੇ ਮੈਂ ਟਾਲ ਦਿੱਤਾ, ਪਰ ਰਾਜਾ ਜਨਕ ਵੀ ਧਰਮਾਤਮਾ ਸੀ, ਉਹਨੇ ਕੋਲ ਆ ਕੇ ਕਿਹਾ, ਕਹਿੰਦੇ ਓਏ ਤੈਨੂੰ ਮੈਂ ਆਖਿਆ ਪਣਤਾ ਕੰਮ ਕੋਈ ਜਾਂਦਾ ਨਹੀਂ ਤੂੰ। ਕਹਿੰਦੇ ਜੀ ਮੈਂ ਤੜਪ ਗਿਆ ਸੁਣ ਕੇ ਵੀ ਇੰਨਿਆਂ ਚ ਮੈਨੂੰ ਪੰਡਤ ਕਿਹਾ ਹੈ ਤੇ ਪੰਡਤ ਉੱਚੀ ਜਾਤ ਸੀ, ਉਹ ਨਾ ਸਮਝਿਆ। ਪਰ ਮੌਤ ਪੈ ਗਈ ਕੰਮ ਤੋਂ, ਵੀ ਮੈਨੂੰ ਕੰਮ ਕਿਵੇਂ ਕਹਿੰਦਾ? ਸੰਗਤ ਵਿੱਚ ਬੈਠਿਆ, ਮੈਂ ਤੇ ਤਪੱਸਿਆ ਵਾਲਾ ਬੰਦਾ, ਮੈਂ ਤੇ ਭਗਤੀ ਵਾਲਾ, ਕਿਸੇ ਹੋਰ ਨੂੰ ਕੰਮ ਕਿਉਂ ਨਹੀਂ ਕਿਹਾ? ਮੈਂ ਤੋਂ ਹੋਰ ਵੀ ਬੈਠੇ ਸੀ ਇੱਥੇ। ਕਹਿੰਦੇ ਜਦੋਂ ਮੈਂ ਔਖਾ ਸੌਖਾ ਸੜ ਬਲ ਕੇ ਉੱਠਿਆ ਨਾ, ਤੜਪ ਗਿਆ ਮੈਂ। ਰਾਜਾ ਜਨਕ ਸੀ ਅੰਦਰ ਜਾ ਕੇ, ਉਹਨੇ ਵੇਖਿਆ ਵੀ ਤੇ ਮੱਛੀ ਵਾਂਗ ਤੜਪਦਾ ਫਿਰਦਾ, ਕਿਤੇ ਤੜਪ ਗਿਆ ਇਹ ਤੇ। ਅੱਜ ਤੁਸੀਂ ਕਿਸੇ ਨੂੰ ਕੰਮ ਕਹਿ ਦਿਓ, ਧੀ ਪੁੱਤ ਨੂੰ ਪਾਣੀ ਮੰਗ ਲਓ, ਮੈਂ ਕਹਿੰਦਾ ਸੜੀ ਦੀ ਆਵਾਜ਼ ਚ ਕਹਿੰਦਾ ਹਾਂ ਲੈ ਆਉਣਾ, ਤੜਪ ਗਿਆ ਅੰਦਰੋਂ। ਇਸ ਲਈ ਕਦੇ ਕਿਸੇ ਨੂੰ ਕਹੋ ਨਾ ਸੈਲਫ ਡਿਪੈਂਡੈਂਟ ਹੋ, ਆਪ ਕਰੋ, ਸਾਰੇ ਸਭ ਆਪ ਕਰੋ। ਕਿਸੇ ਤੋਂ ਕੁਝ ਮੰਗੋਗੇ, ਅਹਿਸਾਨ ਕਰਾਓਗੇ, ਅਗਲਾ ਨਾਲੇ ਕਰੇਗਾ ਨਾਲੇ ਸੁਣਾਏਗਾ। ਜਦੋਂ ਮੈਨੂੰ ਰਾਜੇ ਜਨਕ ਨੇ ਕਹਿੰਦੇ ਕੰਮ ਕਿਹਾ, ਮੈਨੂੰ ਨਹੀਂ ਸੀ ਪਤਾ, ਉਹ ਪਰਖਦੇ ਸੀ ਮੈਨੂੰ ਵੀ ਇਹ ਤਪੱਸਿਆ ਕਰਦਾ, ਬੰਦਗੀ ਕਰਦਾ, ਨਿਮਰਤਾ ਕਿੰਨੀ ਹੈ ਇਹਦੇ ਚ। ਕਹਿੰਦੇ ਹੈ ਹੀ ਨਹੀਂ ਸੀ ਮੇਰੇ ਚ। ਮੈਂ ਕੰਮ ਤੇ ਕਹਿੰਦੇ ਕਰਨ ਤੁਰ ਪਿਆ, ਪਰ ਸੜ ਬਲ ਕੇ ਹਾਏ ਹਾਏ ਮੈਨੂੰ ਕਹਿ ਕੇ ਨਹੀਂ ਦਿੱਤਾ। ਰਾਜੇ ਜਨਕ ਦੀ ਰਸਨਾ ਤੋਂ ਸੁਭਾਵਿਕ ਬਚਨ ਕਹਿੰਦੀ, ਉਹ ਕਿਉਂ ਮੱਛ ਵਾਂਗੂ ਤੜਪੀ ਜਾਂਦਾ? ਮੱਛ ਤੇ ਮਗਰਮੱਛ ਤੜਫਦੇ ਰਹਿੰਦੇ ਨੇ ਹਰ ਵੇਲੇ, ਕਦੇ ਕਿਨਾਰੇ ਆ ਜਾਣਗੇ, ਕਦੇ ਪਾਣੀ ਚਲੇ ਜਾਣਗੇ। ਕਹਿੰਦੇ ਸੁਣਦੇ ਰਿਹਾ, ਪਰ ਉਸ ਵੇਲੇ ਮੇਰੇ ਤੇ ਕਿਸੇ ਬਚਨ ਦਾ ਅਸਰ ਨਹੀਂ ਹੋਇਆ, ਕਿਉਂਕਿ ਮੈਨੂੰ ਘਮੰਡੀ ਨਾ ਸੀ।
ਮੈਨੂੰ ਮਾਣ ਹੰਕਾਰ ਹੀ ਇਨਾ ਸੀ। ਇਨਕੇ ਬਚਨ ਮੀਨ ਤਨ ਪਾਇਓ, ਤੁਮਰੇ ਚਰਨ ਪਸ ਛੁਟਕਾਇਓ। ਤੇ ਫਿਰ ਜਦੋਂ ਰਾਜੇ ਜਨਕ ਨੇ ਬਚਨ ਮੈਨੂੰ ਕਹਿ ਦਿੱਤਾ, ਕੰਮ ਕਰਕੇ ਆਇਆ, ਮੈਨੂੰ ਬਾਅਦ ਚੋਂ ਸਮਝ ਆਈ ਨਹੀਂ, ਤੇ ਸਾਧੂ ਲੋਕ ਨੇ, ਇਹਨਾਂ ਦਾ ਬਚਨ ਕਦੇ ਖਾਲੀ ਜਾਂਦਾ ਹੀ ਨਹੀਂ। ਮੈਂ ਆ ਕੇ ਚਰਨ ਫੜੇ, ਮੈਂ ਕਿਹਾ ਰਾਜਾ ਜਨਕ ਮੈਨੂੰ ਮਾਫ ਕਰ ਦਿਓ, ਤੁਸੀਂ ਕਿਹਾ ਸੀ ਕਿਉਂ ਤੜਫਦਾ ਮੱਛ ਵਾਂਗੂ। ਅੱਗੋਂ ਰਾਜਾ ਜਨਕ ਕਹਿੰਦੇ ਭਾਈ ਬਚਨ ਕਹਿ ਹੋ ਗਿਆ, ਹੁਣ ਵਾਪਸ ਨਹੀਂ ਹੋਣਾ, ਕੋ ਸਤਨਾਮ ਹੋ ਗਿਆ। ਮੈਂ ਕਿਹਾ ਸਰਕਾਰ ਸੱਚੀ ਮੱਛ ਬਣਨਾ ਪੈਣਾ? ਕਹਿੰਦੇ ਬਿਲਕੁਲ ਬਣਨਾ ਪੈਣਾ। ਸਾਧੂ ਆਪਣਾ ਬਚਨ ਕਦੇ ਮੋੜ ਨਹੀਂ ਸਕਦੇ, ਸਾਧੂਆਂ ਦਾ ਕਿਹਾ ਤੇ ਰੱਬ ਨਹੀਂ ਮੋੜਦਾ। ਪਰ ਬਚਨ ਕਮਾਨੋਂ ਨਿਕਲਿਆ ਤੀਰਾ ਵਾਪਸ ਕਿੱਥੋਂ ਆਏਗਾ? ਮੈਂ ਚਰਨ ਫੜੇ ਮਾਫੀਆਂ ਮੰਗੀਆਂ। ਉਹ ਕਹਿੰਦੇ ਹਾਂ ਤੂੰ ਜਪ ਤਪ ਕੀਤਾ ਹੈ, ਬੰਦਗੀ ਕੀਤੀ, ਤੈਨੂੰ ਇਹਦਾ ਫਲ ਮਿਲੇਗਾ, ਪਰ ਮਿਲੇਗਾ ਬੜੀ ਦੇਰ ਬਾਅਦ। ਮੈਂ ਕਿਹਾ ਜੀ ਮੇਰਾ ਕਦੇ ਉਧਾਰ ਹੋ ਜੂ? ਹੁਣ ਦੇਖੋ ਜਿਹੜੀ ਗੱਲ ਹੋ ਗਈ ਉਹ ਤੇ ਹੋਣੀ ਹੈ। ਬਚਨ ਜ਼ਬਾਨੋਂ ਨਿਕਲਿਆ ਵਾਪਸ ਹੋਊ, ਮਾਫੀ ਮੰਗੀ ਜਾ ਸਕਦੀ, ਤਰਲਾ ਕੀਤਾ ਜਾ ਸਕਦਾ, ਪਰ ਬਚਨ ਤੇ ਹੋਇਆ ਨਹੀਂ ਜਾਣਾ। ਉਹ ਕਹਿੰਦੇ ਹਾਂ ਇੱਕ ਸਮਾਂ ਆਊਗਾ ਕਲਯੁਗ ਦੇ ਵਿੱਚ ਤੇਰਾ ਉਧਾਰ ਹੋਏਗਾ, ਰੱਬ ਕਰੇਗਾ। ਦੁਨਿਆਵੀ ਕੋਈ ਸਾਧੂ ਮਹਾਤਮਾ ਭਗਤ ਤੈਨੂੰ ਤਾਰ ਨਹੀਂ ਸਕਦਾ, ਕਿਉਂਕਿ ਤੇਰਾ ਪਾਪ ਹੀ ਏਡਾ ਵੱਜਰ ਹੈ। ਪਰ ਅੱਜ ਤੂੰ ਸੰਗਤ ਵਿੱਚ ਬੈਠਾ ਰਾਜੇ ਜਨਕ ਦੀ, ਇਸ ਸੰਗਤ ਦਾ ਅਸਰ ਫਲ ਤੈਨੂੰ ਪ੍ਰਾਪਤ ਹੋਏਗਾ। ਇੱਕ ਦਿਨ ਰੱਬ ਤੈਨੂੰ ਤਾਰਨੇ ਆਪੇ ਆਊਗਾ, ਸਤਨਾਮ ਆਪੇ ਆਏਗਾ। ਰੋ ਪਿਆ ਬਾਦ ਕਹਿੰਦਾ ਸਤਿਗੁਰੂ ਕੁਛ ਦਿਨਾਂ ਤੋਂ ਬਾਅਦ ਮੈਂ ਆਪਣਾ ਸਰੀਰ ਛੱਡਿਆ, ਤੜਫ ਕੇ ਛੱਡਿਆ। ਮੈਂ ਮੱਛ ਦੀ ਜੂਨੇ ਪੈ ਗਿਆ, ਛੋਟੇ ਧੋਕੇ ਵੱਡਾ ਹੁੰਦਾ ਰਿਹਾ, ਸਰੀਰ ਵੱਧਦਾ ਗਿਆ, ਪੁਰਾਣਾ ਹੁੰਦਾ ਗਿਆ, ਜਦਰੀ ਹੁੰਦਾ ਗਿਆ। ਅੱਜ ਮੇਰੀ ਹਾਲਤ ਇੱਕ ਟੁੱਟੇ ਜਹਾਜ਼ ਵਰਗੀ ਹੈ। ਮੈਂ ਹਰ ਵੇਲੇ ਆਪਣੀ ਮੌਤ ਮੰਗਦਾ, ਪਰ ਮੈਨੂੰ ਕਦੇ ਮੌਤ ਨਹੀਂ ਸੀ ਮਿਲਦੀ। ਮੈਂ ਉਸ ਵੇਲੇ ਨੂੰ ਉਡੀਕਦਾ ਸੀ। ਤ੍ਰੇਤੇ ਤੋਂ ਲੈ ਕੇ ਫਿਰ ਦੁਆਪਰ ਆਇਆ, ਦੁਆਪਰ ਤੋਂ ਕਲਯੁਗ ਹਜ਼ਾਰਾਂ ਸਾਲ ਹੋ ਗਏ। ਮੈਂ ਕਦੇ ਸਮੁੰਦਰਾਂ ਦੀਆਂ ਤਹਿਾਂ ਤੇ ਰਹਿਣਾ, ਮੈਨੂੰ ਕੋਈ ਵੇਖ ਨਾ ਲਵੇ, ਕਦੇ ਕਦੇ ਬਾਹਰ ਆਉਣਾ, ਪਰ ਮੈਂ ਆਪਣੀ ਇਸ ਜੂਨ ਤੋਂ ਦੁਖੀ ਹਾਂ। ਅੱਜ ਮੈਨੂੰ ਸੋਝੀ ਹੈ, ਮੈਂ ਸਾਧੂਆਂ ਦਾ ਬਚਨ ਬੋਲਿਆ, ਮੈਂ ਬਚਨ ਨਹੀਂ ਕਮਾਇਆ। ਪਰ ਬਾਦਸ਼ਾਹ ਖੁਸ਼ੀ ਇਸ ਗੱਲ ਦੀ ਹੈ, ਉਹ ਵੇਲਾ ਆ ਗਿਆ ਏ। ਅਸ ਕੈ ਦੇਵ ਸਦਨ ਕੋ ਗਇਓ, ਜਨਕ ਸਰਾਪ ਤੇ ਛੂਟਤ ਪਇਓ। ਕਹਿੰਦਾ ਮਹਾਰਾਜ ਕਿਰਪਾ ਕਰਕੇ ਮੈਨੂੰ ਇਹ ਸ਼ਰਾਪ ਤੋਂ ਮੁਕਤ ਕਰ ਦਿਓ। ਗੁਰੂ ਨਾਨਕ ਸਾਹਿਬ ਜੀ ਦੇ ਆ ਕੇ ਚਰਨ ਪਰਸੇ, ਗੁਰੂ ਬਾਬਾ ਜੀ ਨੇ ਬਚਨ ਆਖਿਆ, ਕਹਿੰਦੇ ਮੁਕਤ 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 ਭਈ ਯਾਤਰਾ। ਸਤਿਗੁਰਾਂ ਦਾ ਬਚਨ ਕਹਿਣ ਦੀ ਦੇਰ ਸੀ, ਕਹਿੰਦੇ ਉਸੇ ਵੇਲੇ ਉਹ ਦੇਵ ਗੁਰੂ ਨੇ ਚਰਨਾਂ ਤੇ ਨਮਸਕਾਰ ਕੀਤੀ ਤੇ ਅਲੋਪ ਹੋ ਗਿਆ। ਹੁਣ ਭਾਈ ਮਰਦਾਨਾ ਜੀ ਨੂੰ ਬੜਾ ਪਛਤਾਵਾ ਹੈ, ਜਿਸ ਰੱਬ ਨੂੰ ਦੁਨੀਆ ਸਤਿਯੁਗ ਤੋਂ ਉਡੀਕਦੀ ਹੈ, ਜਿਸ ਨਿਰੰਕਾਰ ਨੂੰ ਲੋਕੀ ਦੁਆਪਰ ਤ੍ਰੇਤੇ ਦੇ ਵਿੱਚ ਵੀ ਚੇਤੇ ਕਰਦੇ ਸੀ। ਮਨਾ ਮੇਰਿਆ ਤੈਨੂੰ ਨਾਲ ਰਹਿਣ ਦਾ ਮੌਕਾ ਤੂੰ ਕਿਉਂ ਨਹੀਂ ਸਮਝਦਾ? ਆਖੋ ਸਤਨਾਮ। ਉਹ ਮਾਫੀਆਂ ਮੰਗੀ ਜਾਂਦਾ ਮਾਰ, ਕਹਿੰਦਾ ਪਾਤਸ਼ਾਹ ਮੈਨੂੰ ਬਖਸ਼ੋ, ਮੈਂ ਅਣਜਾਣ, ਮੈਨੂੰ ਗਲਤੀਆਂ ਹੋ ਗਈਆਂ। ਸਤਿਗੁਰ ਕਹਿੰਦੇ ਕੋਈ ਨਹੀਂ ਮਰਦਾਨਿਆ, ਤੇਰਾ ਕਸੂਰ ਨਹੀਂ ਭਾਈ। ਇਹ ਉਹ ਮੱਛ ਸੀ ਜਿਹਨੇ ਕਦੇ ਸਾਧੂਆਂ ਦਾ ਤਿਰਸਕਾਰ ਕੀਤਾ, ਹਉਮੈ ਵਿੱਚ ਬਚਨ ਮੋੜਿਆ। ਉਹਦੇ ਹੋਏ ਬਚਨ ਸ਼ਰਾਪ ਕਹਿੰਦੇ ਅੱਜ ਉਹਨਾਂ ਸ਼ਰਾਪਾਂ ਤੋਂ ਮੁਕਤ ਹੋਇਆ। ਜਿਵੇਂ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਨਗੇ, ਆਉਣ ਵਾਲੇ ਦਿਨਾਂ 'ਚ ਇਹਨਾਂ ਪ੍ਰਸੰਗਾਂ ਦੀ ਆਨੰਦ ਮਾਣਾਂਗੇ। ਵਾਹਿਗੁਰੂ 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 ਵਾਹਿਗੁਰੂ।